ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਨ ਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਮ ਦਮ ਨੇਮ ਵਿਰਾਗ ਯਮ, ਕਰੁਣਾ ਸਤ ਸੰਤੋਖ। ਸਤਿਗੁਰ ਕੇ ਪ੍ਰਸਾਦ ਤੇ, ਹਵੈ ਮਨ ਮਾਲੀ ਪੋਖ। ਸਮ ਦਮ ਨੇਮ ਵਿਰਾਗ ਯਮ, ਕਰੁਣਾ ਸਤ ਸੰਤੋਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਧਨ ਧਨ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਕੁਲ ਆਲਮ ਦੇ ਰਹਿਬਰ, ਸ਼ਬਦਾ ਅਵਤਾਰ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕੋਲ ਬਾਬਾ ਲੈਣਾ 3.5 ਸਾਲ ਜਦੋਂ ਬਤੀਤ ਹੋ ਗਏ ਤਾਂ ਇੱਕ ਦਿਨ ਚੋਜੀ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਪੁਰਖਾ ਬਹੁਤ ਲੰਬਾ ਸਮਾਂ ਹੋ ਗਿਆ, ਆਪ ਜੀ ਸਾਡੇ ਕੋਲ ਆਏ ਹੋ, ਬਹੁਤ ਆਪ ਨੇ ਸੇਵਾਵਾਂ ਕਰਨੀਆਂ ਕੀਤੀਆਂ। ਮਹਾਰਾਜ ਜੀ ਨੇ ਆਗਿਆ ਦਿੱਤੀ, ਬਚਨ ਕਰਨਾ ਕੀਤਾ, ਜਾਓ ਆਪਣੇ ਘਰ ਦੇ ਵਿੱਚ ਪਰਿਵਾਰ ਦਾ ਹਾਲ ਚਾਲ ਪੁੱਛ ਕੇ ਆਉਣਾ ਕਰੋ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਦਿੱਤੀ ਤੇ ਇਨਕਾਰ ਨਹੀਂ ਕੀਤਾ, ਇਹ ਨਹੀਂ ਕਿਹਾ ਕਿ ਨਹੀਂ ਸਤਿਗੁਰੂ ਮਹਾਰਾਜ ਮੈਂ ਇੱਥੇ ਹੀ ਰਹਿਣਾ, ਆਪ ਜੀ ਨੂੰ ਛੱਡ ਕੇ ਨਹੀਂ ਜਾਣਾ। ਮਹਾਰਾਜ ਜੀ ਨੇ ਜਦੋਂ ਆਗਿਆ ਦਿੱਤੀ, ਸੱਤ ਕਹਿ ਕਰਕੇ ਬਾਬਾ ਲੈਣਾ ਜੀ ਕਰਤਾਰਪੁਰ ਸਾਹਿਬ ਤੋਂ ਚੱਲ ਕਰਕੇ ਖਡੂਰ ਸਾਹਿਬ ਆ ਕਰਕੇ ਪਹੁੰਚਦੇ ਹਨ। ਜਦੋਂ ਬਾਬਾ ਜੀ ਦਾ ਆਗਮਨ ਹੁੰਦਾ ਖਡੂਰ ਸਾਹਿਬ ਦੇ ਵਿੱਚ, ਸਾਰੀਆਂ ਸੰਗਤਾਂ ਜੋ ਹੈ ਉਹ ਅਗਲਵੰਡੀ ਲੈਣ ਵਾਸਤੇ ਆਉਂਦੀਆਂ। ਬਹੁਤ ਜ਼ਿਆਦਾ ਸਨਮਾਨ ਕਰਨਾ ਕੀਤਾ ਬਾਬਾ ਲਹਿਣਾ ਜੀ ਦਾ। ਤੇ ਉੱਥੋਂ ਦਾ ਇੱਕ ਚੌਧਰੀ ਜਿਹੜਾ ਜਿਹਦਾ ਨਾਮ ਹੈ ਤਖਤ ਮੱਲ, ਤੇ ਜਦੋਂ ਤਖਤ ਮੱਲ ਨੂੰ ਪਤਾ ਚੱਲਿਆ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਵ ਕੇ ਬਾਬਾ ਲੈਣਾ ਜੀ ਮਹਾਰਾਜ ਜੀ ਦੇ ਕੋਲ ਰਹਿ ਕਰਕੇ ਅਣਥੱਕ ਸੇਵਾਵਾਂ ਕਰਕੇ ਵਾਪਸ ਆਪਣੇ ਨਗਰ ਨੂੰ ਪਰਤ ਕੇ ਆਏ। ਆਪ ਨਗਰ ਦਾ ਚੌਧਰੀ ਜਿਹੜਾ ਉਹ ਸਤਿਕਾਰ ਦੇ ਨਾਲ ਆਇਆ ਤੇ ਬਾਬਾ ਲਹਿਣਾ ਜੀ ਨੂੰ ਉਹਨੇ ਮਿਲਣਾ ਕੀਤਾ। ਤੇ ਜਦੋਂ ਆ ਕਰਕੇ ਮੱਥਾ ਟੇਕਣ ਲੱਗਾ ਸੀ ਤੇ ਬਾਬਾ ਲੈਣਾ ਜੀ ਨੇ ਉਹਨੂੰ ਬਾਹੋਂ ਫੜ ਕਰਕੇ ਗੱਲ ਵਕਾਇ, ਇਹ ਮੱਥਾ ਟੇਕਣਾ ਆਪ ਜੀ ਨੂੰ ਨਹੀਂ ਸ਼ੋਭਦਾ ਹੈ। ਤੇ ਅੱਗੋਂ ਸ਼ਰਧਾ ਭਾਵਨਾ ਦੇ ਵਿੱਚ ਭਿੱਜਿਆ ਹੋਇਆ ਤਖਤਮਲ ਕਹਿੰਦਾ ਕਿ ਬਾਬਾ ਜੀ ਮੈਨੂੰ ਆਪ ਜੀ ਦੇ ਚਰਨ ਸਪਰਸ਼ ਕਰ ਲੈਣ ਦਿਓ, ਕਿਉਂਕਿ ਇਹ ਚਰਨ ਸਪਰਸ਼ ਮੈਂ ਆਪ ਜੀ ਦੇ ਨਹੀਂ ਕਰ ਰਿਹਾ ਹਾਂ। ਆਪ ਜੀ ਦੇ ਰਾਹੀਂ ਆਪ ਜੀ ਦੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੈਂ ਚਰਨ ਸਪਰਸ਼ ਕਰ ਰਿਹਾ, ਕਿਉਂਕਿ ਆਪ ਨੇ ਬਹੁਤ ਲੰਬਾ ਸਮਾਂ ਉਹਨਾਂ ਦੀ ਸੇਵਾ ਕਰਨੀ ਕੀਤੀ ਹੈ। ਆਪ ਜੀ ਨਿਤ ਉਹਨਾਂ ਦੇ ਚਰਨ ਸਪਰਸ਼ ਕਰਦੇ ਹੋ। ਮੈਨੂੰ ਇਹ ਲੱਗੇਗਾ ਕਿ ਜਦੋਂ ਮੈਂ ਆਪ ਜੀ ਦੇ ਚਰਨ ਸਪਰਸ਼ ਕੀਤਾ ਤੇ ਮੈਂ ਇਹ ਸਮਝਾਂਗਾ ਕਿ ਮੈਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਸਪਰਸ਼ ਕਰਨੇ ਕੀਤੇ। ਇਸ ਤਰ੍ਹਾਂ ਭਾਵਨਾ ਦੇ ਸੰਯੁਕਤ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਮੱਥਾ ਟੇਕਣਾ ਕੀਤਾ, ਬਹੁਤ ਪ੍ਰੇਮ ਕੀਤਾ ਆਪਸ ਦੇ ਵਿੱਚ। ਉਹਨਾਂ ਦੀ ਭਾਵਨਾ ਨੂੰ ਵੇਖ ਕਰਕੇ ਬਾਬਾ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ ਸੂਹੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਕਿ ਜਿਨ ਕਉ ਭਾਂਡੇ ਭਾਉ ਤਿਨਾ ਸਵਾਰ ਸੀ, ਸੂਖੀ ਕਰੈ ਪਸਾਉ ਦੂਖ ਵਿਸਾਰ ਸੀ। ਇਹ ਸ਼ਬਦ ਉਹਨਾਂ ਦੇ ਪਰਥਾਏ ਉਚਾਰਨ ਕਰਨਾ ਕੀਤਾ ਗਿਆ ਕਿ ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਦੇ ਵਿੱਚ ਸ਼ਰਧਾ ਪ੍ਰੇਮ ਜੋ ਭਰਿਆ ਹੋਇਆ ਹੋਵੇ ਤੇ ਉਹ ਜੀਵ ਜਿਹੜੇ ਹਨ ਆਪਣਾ ਜਨਮ ਉਹ ਸਵਾਰ ਲੈਂਦੇ ਹਨ। ਉਹਨਾਂ ਦਾ ਜਨਮ ਜਿਹੜਾ ਸਫਲਾ ਹੋ ਜਾਂਦਾ, ਜਿਨ੍ਹਾਂ ਦੇ ਪੱਲੇ ਪ੍ਰਮਾਤਮਾ ਦਾ ਪ੍ਰੇਮ ਵਸ ਜਾਵੇ, ਜੋ ਭੈ ਤੇ ਭਾਵਨਾ ਦੇ ਵਿੱਚ ਬਤੀਤ ਕਰਦੇ ਆਪਣੀ ਜ਼ਿੰਦਗੀ, ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਂਦਾ। ਇੰਜ ਪਾਵਨ ਸ਼ਬਦ ਉਚਾਰਨ ਕਰਕੇ ਉਹਨਾਂ ਨੂੰ ਸਿੱਖਿਆ ਦਿੱਤੀ ਹੈ। ਫਿਰ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਉੱਥੇ ਜੀ ਨਹੀਂ ਲੱਗ ਰਿਹਾ, ਬਾਰ-ਬਾਰ ਇਹੀ ਭਾਵਨਾ ਆ ਰਹੀ ਹੈ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੈ ਜੀਓ। ਮਨ ਦੇ ਵਿੱਚ ਮਿਲਣ ਦੀ ਬਹੁਤ ਜ਼ਿਆਦੀ ਜਿਹੜੀ ਹੈ ਆਕਾਂਸ਼ਾ ਜਾਗਰਤ ਹੋਈ ਹੈ। ਤੇ ਪਿਆਰਿਓ ਆਏ ਤਾਂ ਸੀ, ਲੇਕਿਨ 1-2 ਦਿਨ ਵੀ ਕੱਟਣਾ ਬਹੁਤ ਮੁਸ਼ਕਿਲ ਹੋ ਗਿਆ। ਫਿਰ ਤੁਰੰਤ ਇੱਥੋਂ ਚੱਲ ਕਰਕੇ ਵਾਪਸ ਕਰਤਾਰਪੁਰ ਸਾਹਿਬ ਨੂੰ ਜਦੋਂ ਜਾ ਕਰਕੇ ਪਹੁੰਚਦੇ ਹਨ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ ਤੇ ਅੱਗੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਪੁਰਖਾ ਅਸੀਂ ਤਾਂ ਭੇਜਿਆ ਸੀ
ਕਿ ਲੰਬਾ ਸਮਾਂ ਰਹਿ ਕਰਕੇ ਆਓ, ਘਰ ਦੇ ਵਿੱਚ ਪਰਿਵਾਰ ਦੇ ਨਾਲ ਰਹਿ ਕਰਕੇ ਸਾਰਿਆਂ ਨੂੰ ਮਿਲ ਕਰਕੇ ਆਓ। ਲੇਕਿਨ ਇਹ ਕੀ ਹੈ, ਆਪ ਜੀ ਤਾਂ ਬਸ ਪਿਛਲੇ ਪੈਰ ਹੀ ਵਾਪਸ ਮੁੜ ਕੇ ਆ ਗਏ। ਤਾਂ ਬਾਬਾ ਲੈਣਾ ਜੀ ਨੇ ਕਿਹਾ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਕਿ ਐ ਪ੍ਰੀਤਮਾ, ਐ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਅਸੀਂ ਆਪ ਜੀ ਤੋਂ ਬਗੈਰ ਨਹੀਂ ਰਹਿ ਸਕਦੇ ਹਾਂ, ਕਿਉਂਕਿ ਜਦੋਂ ਤੱਕ ਤੁਹਾਡੇ ਮੈਂ ਦਰਸ਼ਨ ਨਹੀਂ ਕਰਦਾ ਹਾਂ ਉਦੋਂ ਤੱਕ ਮਨ ਦੇ ਵਿੱਚ ਚੈਨ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਮੈਂ ਵਾਪਸ ਮੁੜ ਕੇ ਆਇਆ ਹਾਂ। ਹੁਣ ਵਾਪਸ ਆ ਕਰਕੇ ਗੁਰੂ ਘਰ ਦੀ ਸੇਵਾ ਦੇ ਵਿੱਚ ਬਾਬਾ ਲੈਣਾ ਜੀ ਲੱਗ ਗਏ। ਇਹ ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਇਹ ਕਥਾ ਨੂੰ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ, ਅਗਲੀ ਜੋ ਆਉਣ ਵਾਲੀ ਲੜੀਵਾਰ ਕਥਾ ਹੈ ਇਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦਿਆਂ ਹੋਇਆਂ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਆਪਣੀ ਹਾਜ਼ਰੀ ਨੂੰ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਮਦਮ ਹਵੈ ਮਨ ਮਾਲੀ ਪੂਖ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਅਗਲਾ ਜੋ ਅਧਿਆਏ ਉਹਦੀ ਆਰੰਭਤਾ ਤੋਂ ਪਹਿਲਾਂ ਇੱਥੇ ਸ਼ੁਭ ਗੁਣਾ ਦਾ ਜੋ ਮਹਾਤਮ ਹੈ ਉਹਦਾ ਮੰਗਲ ਕਰਨਾ ਕੀਤਾ। ਤੇ ਇਹ ਦੋ ਪੰਕਤੀਆਂ ਦਾ ਇਹ ਜੋ ਮੰਗਲਾਚਰਨ ਹੈ ਦੋਹਰੇ ਦੇ ਵਿੱਚ ਉਚਾਰਨ ਕੀਤਾ। ਜਦੋਂ ਇਹਦਾ ਆਪਾਂ ਅਰਥ ਕਰਦੇ ਹਾਂ ਇਹਦੇ ਅਰਥ ਅਨਵੈ ਕਰਕੇ ਲੱਗਣਗੇ। ਤੇ ਦੂਜੀ ਪੰਕਤੀ ਜਿਹੜੀ ਹੈ ਕਿ ਸਤਿਗੁਰ ਕੇ ਪ੍ਰਸਾਦ ਤੇ, ਕਿ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਤੇ ਇਹ ਜਿਹੜਾ ਹੈ ਮੰਗਲ ਦੇ ਵਿੱਚ ਕਵੀ ਰਾਜ ਜੀ ਨੇ ਸੰਬੋਧਨ ਕਰਨਾ ਕੀਤਾ ਕਿ ਜਿਸ ਤਰ੍ਹਾਂ ਮਾਲੀ ਹੁੰਦਾ ਨਾ, ਮਾਲੀ ਤੇ ਬਗੀਚਾ ਨੂੰ ਲਾਉਣ ਵਾਲਾ, ਬਗੀਚੇ ਨੂੰ ਸਿੰਚਣ ਵਾਲਾ ਜਿਹੜਾ ਮਾਲੀ ਹੁੰਦਾ, ਇਸ ਤਰ੍ਹਾਂ ਹੀ ਸਾਡਾ ਸਰੀਰ ਵੀ ਜਿਹੜਾ ਹੈ ਅੰਤਸ਼ਕਰਨ ਜਿਹੜਾ ਹੈ ਇਹ ਬਗੀਚੇ ਦੇ ਨਿਆਈ ਹੈ। ਤੇ ਮਨ ਜਿਹੜਾ ਹੈ ਇਹ ਮਨ ਮਾਲੀ ਹੈ। ਤੇ ਜਿਸ ਤਰ੍ਹਾਂ ਮਾਲੀ ਕੀ ਕਰਦਾ, ਬਗੀਚੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਫੁੱਲਾਂ ਦੇ ਦਰਖਤ ਤੇ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਉਂਦਾ, ਵੇਲਾਂ ਆਦਿਕ ਲਾਉਂਦਾ। ਕਿਉਂਕਿ ਬਗੀਚੇ ਦੇ ਵਿੱਚ ਸਿਰਫ ਪਿਆਰਿਓ ਇੱਕੋ ਇੱਕ ਦਰਖਤ ਲਾ ਦਿਓ ਜਾਂ ਇੱਕੋ ਕਿਸਮ ਦੇ ਦਰਖਤ ਲਾ ਦਿਓ ਤਾਂ ਗੱਲ ਨਹੀਂ ਬਣਦੀ ਹੈ। ਜਦੋਂ ਆਪਾਂ ਵੇਖਦੇ ਹਾਂ ਬਗੀਚਿਆਂ ਦੇ ਵਿੱਚ, ਗਾਰਡਨਾਂ ਦੇ ਵਿੱਚ ਜਿਹੜੇ ਸਿਆਣੇ ਮਾਲੀ ਹੁੰਦੇ ਹਨ, ਵਧੀਆ ਵਧੀਆ ਫੁੱਲ ਤੇ ਫਲਦਾਰ ਦਰਖਤ ਆਦਿਕ ਵੱਖ-ਵੱਖ ਕਿਸਮ ਦੇ ਉਹ ਲਾਉਂਦੇ ਹਨ। ਤਾਂ ਹੀ ਤਾਂ ਜਾ ਕਰਕੇ ਪਿਆਰਿਓ ਉਹ ਬਗੀਚੇ ਦੀ ਸ਼ੋਭਾ ਵੱਧਦੀ ਹੈ। ਤੇ ਇਸ ਤਰ੍ਹਾਂ ਹੀ ਅੰਤਸ਼ਕਰਨ ਜਿਹੜਾ ਹੈ ਇਹ ਬਗੀਚੇ ਦੇ ਵੱਤ ਹੈ। ਤੇ ਮਨ ਮਾਲੀ ਨੇ ਕੀ ਕਰਨਾ ਕੀਤਾ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਇੱਥੇ ਗੱਲ ਹੈ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ। ਜੇ ਮਨ ਦੇ ਉੱਤੇ ਗੁਰੂ ਕੀ ਕਿਰਪਾ ਹੋ ਜਾਵੇ ਤਾਂ ਫਿਰ ਮਨ ਕੀ ਕਰਦਾ, ਸ਼ੁਭ ਦਰਖਤ। ਕਿਹੜੇ ਸ਼ੁਭ ਦਰਖਤ ਇੱਥੇ ਕਵੀ ਰਾਜ ਜੀ ਨੇ ਪਹਿਲੀ ਪੰਕਤੀ ਦੇ ਵਿੱਚ ਉਚਾਰਨ ਕੀਤਾ, ਸਮ ਤੇ ਦਮ। ਸਮ ਦਾ ਮਤਲਬ ਹੈ ਕਿ ਆਪਣੇ ਮਨ ਕਰਕੇ ਜੋ ਆਪਾਂ ਪਾਪ ਕਰਦੇ ਹਾਂ, ਅੰਤਸ਼ਕਰਨ ਕਰਕੇ, ਮਨ ਕਰਕੇ ਜੋ ਆਪਾਂ ਗਲਤ ਫੁਰਨੇ ਕਰਦੇ ਆ ਉਹਨੂੰ ਰੋਕਣਾ, ਇਹਨੂੰ ਸਮ ਬੋਲਦੇ। ਦਮ ਦਾ ਮਤਲਬ ਹੁੰਦਾ ਸਰੀਰ ਕਰਕੇ, ਪ੍ਰਤੱਖ ਕਰਕੇ। ਕਈ ਵਾਰੀ ਆਪਾਂ ਗਲਤ ਕੰਮ ਕਰਦੇ ਆ ਜਾਂ ਅੱਖਾਂ ਪਰਾਏ ਤਨ ਦੇ ਵੱਲ ਜਾਂਦੀ ਹੈ, ਜਾਂ ਸਰੀਰ ਜਿਹੜਾ ਇੰਦਰੀਆਂ ਜਿਹੜੀਆਂ ਹਨ, ਕਰਮ ਇੰਦਰੇ ਜਾਂ ਗਿਆਨ ਇੰਦਰੇ ਜਿਹੜੇ ਸਾਡੇ ਵਿਸ਼ੇ ਵਿਕਾਰਾਂ ਦੇ ਵੱਲ ਦੌੜਦੇ, ਇਹਨੂੰ ਰੋਕ ਕਰਕੇ ਰੱਖਣਾ। ਗਿਆਨ ਇੰਦਰੀਆਂ ਨੂੰ ਰੋਕ ਕਰਕੇ ਵਿਸ਼ੇ ਵਿਕਾਰਾਂ ਤੋਂ ਮਨ ਨੂੰ ਬਚਾਉਣਾ ਇਹ ਸਮ ਹੈ। ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਾਉਣਾ ਇਹ ਦਮ। ਤੇ ਨੇਮ ਜਿਹੜਾ ਹੈ, ਰੋਜ਼ ਜੋ ਵੀ ਆਪਾਂ ਨੇਮ ਕਰਦੇ ਆ,
ਕਿਉਂਕਿ ਪਿਆਰਿਓ ਕਹਿੰਦੇ ਨਾ, ਨੇਮ ਤੋਂ ਬਗੈਰ ਪ੍ਰੇਮ ਨਹੀਂ ਤੇ ਪ੍ਰੇਮ ਤੋਂ ਬਗੈਰ ਨੇਮ ਨਹੀਂ। ਇਹ ਇੱਕ ਦੂਜੇ ਦੇ ਪੂਰਕ ਹਨ, ਨੇਮ ਤੇ ਪ੍ਰੇਮ। ਤੇ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮ ਹੋਵੇ ਉਹੀ ਪਿਆਰਿਓ ਨੇਮ ਨਿਭਾ ਸਕਦੇ ਹਨ। ਮਹਾਰਾਜ ਨੇ ਕਿਹਾ ਨਾ, ਨੇਮ ਨਿਭਾਹਿਓ ਸਤਿਗੁਰੂ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੀ ਪਿਆਰਿਓ ਕੋਈ ਆਪਾਂ ਨੇਮ ਨਿਭਾ ਸਕਦੇ ਆ। ਕਿਉਂਕਿ ਜੇ ਮਨ ਵਿੱਚ ਪ੍ਰੇਮ ਨਾ ਹੋਵੇ ਤਾਂ ਸੱਚ ਜਾਣੋ ਆਪਾਂ ਨੇਮ ਵੀ ਨਹੀਂ ਨਿਭਾ ਸਕਦੇ। ਜਿਸ ਤਰ੍ਹਾਂ ਕਿ ਕਈ ਵਾਰੀ ਆਪਾਂ ਨੇਮ ਕਰਦੇ ਆ ਕਿ ਭਾਈ ਰੋਜ਼ ਮੈਂ ਇੰਨੇ ਬਾਣੀ ਦਾ ਜਾਪ ਕਰਨਾ ਹੈ, ਇੰਨਾ ਪਾਠ ਮੈਨੇ ਅਵਸ਼ ਕਰਨਾ, ਲੇਕਿਨ ਮਨ ਵਿੱਚ ਪਿਆਰਿਓ ਪ੍ਰੇਮ ਹੋਣਾ ਚਾਹੀਦਾ। ਜੇ ਮਨ ਵਿੱਚ ਭਾਵਨਾ ਨਾ ਹੋਵੇ, ਪ੍ਰੇਮ ਨਾ ਹੋਵੇ, ਉਹ ਨੇਮ ਕਦੇ ਨਿਭਦਾ ਨਹੀਂ ਹੈ, ਉਹ ਨੇਮ ਟੁੱਟ ਜਾਂਦਾ। ਕਿਉਂਕਿ ਮਨ ਬੜਾ ਬੇਈਮਾਨ ਹੈ। ਮਨ ਤਰ੍ਹਾਂ ਤਰ੍ਹਾਂ ਦੀਆਂ ਉਗਤੀਆਂ ਜੁਗਤੀਆਂ ਦਿੰਦਾ ਕਿ ਕੀ ਕਰਨਾ ਭਾਈ, ਚੱਲ ਅੱਜ ਨਿਤਨੇਮ ਰਹਿ ਗਿਆ, ਕੋਈ ਗੱਲ ਨਹੀਂ ਹੈ, ਅੱਜ ਜਪਜੀ ਸਾਹਿਬ ਦਾ ਪਾਠ ਕਰ ਲਿਆ, ਬਾਕੀ ਨਹੀਂ ਹੋਇਆ ਰਹਿਣ ਦੇ, ਕੱਲ ਕਰ ਲਵਾਂਗੇ, ਪਰਸੋਂ ਕਰ ਲਵਾਂਗੇ। ਲੇਕਿਨ ਪਿਆਰਿਓ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੁੰਦਾ, ਉਹ ਪ੍ਰੇਮ ਦੇ ਨਾਲ ਨੇਮ ਨੂੰ ਵੀ ਨਿਭਾ ਲੈਂਦੇ ਹਨ। ਤੇ ਜਦੋਂ ਤੱਕ ਪਿਆਰਿਓ ਆਪਾਂ ਜ਼ਿੰਦਗੀ ਦਾ ਨੇਮ ਨਹੀਂ ਬਣਾਉਂਦੇ ਆ ਤੇ ਉਹ ਜ਼ਿੰਦਗੀ ਤਰੱਕੀ ਦੇ ਵੱਲ ਕਾਮਯਾਬੀ ਮੈਂ ਹਰ ਨੇਮ ਤੁਹਾਨੂੰ ਬਣਾਉਣਾ ਪਵੇਗਾ। ਉੱਠਣ ਦਾ ਵੀ ਨੇਮ ਸਾਨੂੰ ਚਾਹੀਦਾ ਹੈ ਕਿ ਭਾਈ ਹਾਂ ਮੈਂ ਉੱਠਣਾ ਕਿੰਨੇ ਵਜੇ ਹੈ। ਤੇ ਜਦੋਂ ਆਪਾਂ ਰਾਤਰੀ ਨੂੰ ਵਿਸ਼ਰਾਮ ਕਰਦੇ ਆ ਉਹਦਾ ਵੀ ਨੇਮ ਬਣਾਉਣਾ ਚਾਹੀਦਾ। ਜੇ ਨੇਮ ਹੀ ਨਾ ਹੋਵੇ ਜੀ, ਜਦੋਂ ਮਰਜੀ ਸੌਂ ਜਾਓ ਤੇ ਫਿਰ ਬੰਦਾ ਫਿਰ ਜਦੋਂ ਮਰਜੀ ਉੱਠਦਾ, ਨੇਮ ਨਾਲ ਥੋੜੀ ਉੱਠ ਸਕਦਾ। ਫਿਰ ਪ੍ਰਸ਼ਾਦੇ ਦਾ ਵੀ ਨੇਮ ਹੋਣਾ ਚਾਹੀਦਾ ਕਿ ਹਾਂ ਭਾਈ ਇੰਨੇ ਟਾਈਮ ਨੂੰ ਇੰਨਾ ਕੋ ਪ੍ਰਸ਼ਾਦਾ ਛਕਣਾ। ਕਹਿਣ ਦਾ ਭਾਵ ਕਿ ਪ੍ਰਮਾਤਮਾ ਦੇ ਪ੍ਰਾਪਤੀ ਦੇ ਵਾਸਤੇ ਪਿਆਰਿਓ ਨੇਮ ਬਹੁਤ ਜ਼ਰੂਰੀ ਹੈ। ਕਈ ਜਿਹੜੇ ਨੇਮੀ ਪ੍ਰੇਮੀ ਸਿੱਖ ਜਿਹੜੇ ਰੋਜ਼ ਗੁਰੂ ਘਰ ਦੇ ਵਿੱਚ ਨੇਮ ਕਰਕੇ, ਕਿਉਂਕਿ ਇਹ ਨੇਮ ਹੈ ਉਹਨਾਂ ਦਾ, ਤੇ ਆਲਸੀ ਬੰਦਾ ਨੇਮ ਨਹੀਂ ਕਰ ਸਕਦਾ। ਤੇ ਫਿਰ ਜਿਹੜੇ ਨੇਮੀ ਬੰਦੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੂੰ ਪਿਆਰਿਓ ਕੋਈ ਰੋਕ ਟੋਕ ਨਹੀਂ ਹੁੰਦੀ ਹੈ। ਭਾਵੇਂ ਸਾਰਾ ਸੰਸਾਰ ਵੀ ਆ ਕਰਕੇ ਵੀ ਰੋਕ ਦਵੇ ਉਹਨਾਂ ਨੂੰ, ਤਾਂ ਵੀ ਉਹ ਆਪਣੇ ਨੇਮ ਨਿਭਾਉਣ ਦੇ ਵਾਸਤੇ ਗੁਰੂ ਘਰ ਦੇ ਵਿੱਚ ਚੱਲ ਕੇ ਆਉਂਦੇ ਹਨ। ਇਹ ਨੇਮ ਵੀ ਪਿਆਰਿਓ ਇਹ ਸ਼ੁਭ ਗੁਣ ਹੈ। ਤੇ ਨਾਲ ਵੈਰਾਗ, ਮਨ ਦੇ ਵਿੱਚ ਵੈਰਾਗ ਦੀ ਭਾਵਨਾ ਹੋਣੀ ਹੈ। ਅਸਲ ਦੇ ਵਿੱਚ ਵੈਰਾਗ ਦਾ ਮਤਲਬ ਵਿਦਵਾਨਾਂ ਨੇ ਦੱਸਣਾ ਕੀਤਾ ਕਿ ਇੰਦਰ ਦੇ ਰਾਜ ਤੋਂ ਲੈ ਕਰਕੇ ਤੇ ਨਾਲ ਸੰਸਾਰੀ ਜੋ ਤੁੱਛ ਰਾਜ ਤੱਕ ਸਾਰਿਆਂ ਨੂੰ ਜੋ ਕਾਂ ਦੀ ਵਿਸ਼ਟਾ ਦੇ ਨਿਆਈ ਸਮਝਦਾ, ਉਹ ਹੈ ਵੈਰਾਗ। ਭਾਵ ਕਿ ਸਾਰਿਆਂ ਦਾ ਤਿਆਗ ਕਰ ਦੇਣਾ ਹੈ, ਕੋਈ ਮਨ ਦੀ ਭਾਵਨਾ ਨਹੀਂ ਹੋਣੀ ਹੈ, ਉਹਨੂੰ ਵੈਰਾਗ ਬੋਲਦੇ ਹਨ। 5 ਤਰ੍ਹਾਂ ਦਾ ਜੋ ਯਮ ਹੈ ਤੇ ਕਰੁਣਾ ਹੋ ਗਿਆ, ਸਤ ਹੋ ਗਿਆ ਤੇ ਸੰਤੋਖੀ ਜੀਵਨ ਜਿਹੜਾ ਹੈ ਇਹ ਧਾਰਨ ਕਰਨਾ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਬੀਰਾਜ ਜੀ ਕਹਿੰਦੇ ਕਿ ਜੇ ਮਨ ਦੇ ਉੱਤੇ ਕਿਰਪਾ ਹੋ ਜਾਵੇ ਤੇ ਮਨ ਮਾਲੀ ਬਣ ਕਰਕੇ ਇਹ ਜੋ ਸ਼ੁਭ ਗੁਣ ਜਿਹੜੇ ਹਨ ਇਹਨਾਂ ਦਾ ਦਰਖਤ ਆਪਣੇ ਅੰਦਰ ਅੰਤःਕਰਨ ਦੇ ਵਿੱਚ ਉਹ ਲਾਉਂਦਾ ਹੈ। ਇਹਦੇ ਨਾਲ ਸਾਡਾ ਅੰਤःਕਰਨ ਜਿਹੜਾ ਹੈ ਬਹੁਤ ਜ਼ਿਆਦਾ ਸ਼ੋਭਨੀਕ ਹੋ ਜਾਂਦਾ ਹੈ। ਕਿਉਂਕਿ ਜੋ ਗਾਰਡਨ ਹੁੰਦੇ ਹਨ, ਬਗੀਚੇ ਹੁੰਦੇ ਹਨ, ਉਹਦੇ ਵਿੱਚ ਪਿਆਰਿਓ ਗੰਦੇ ਮੰਦੇ ਜੇ ਦਰਖਤ ਲਾ ਦਿਓ, ਕੰਡਿਆਲੀ ਲਾ ਦਿਓ ਤੇ ਉਹਨੂੰ ਫਿਰ ਕੋਈ ਬਗੀਚਾ ਨਹੀਂ ਕਹਿ ਸਕਦਾ। ਉਹਦੇ ਵਿੱਚ ਜਾਣ ਤੋਂ ਵੀ ਲੋਕੀ ਫਿਰ ਗੁਰੇਜ਼ ਕਰਦੇ। ਲੇਕਿਨ ਕੋਈ ਵਧੀਆ ਬਗੀਚੇ ਦੇ ਵਿੱਚ ਫਲਦਾਰ ਦਰਖਤ ਹੋਵੇ ਤੇ ਖੁਸ਼ਬੂਦਾਰ ਜਿਹੜੇ ਫੁੱਲਾਂ ਦੇ ਦਰਖਤ ਹੋਣ, ਆਪਾਂ ਚੱਲ ਕਰਕੇ ਜਾਂਦੇ ਆ ਉੱਥੋਂ ਦਾ ਆਨੰਦ ਲੈਣ ਵਾਸਤੇ। ਇਸ ਤਰ੍ਹਾਂ ਹੀ ਇਹ ਮਨ ਰੂਪੀ ਮਾਲੀ ਨੇ ਆਪਣੇ ਅੰਤःਕਰਨ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਕੀਤਾ। ਇਹ ਗੁਰੂ ਕੀ ਕਿਰਪਾ ਦੇ ਨਾਲ ਹੀ ਹੋ ਸਕਦਾ ਹੈ। ਚੌਪਈ ਸ੍ਰੀ ਗੁਰ ਕਿਰਖੀ ਕਾਜ ਕਰਾਵਹਿ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੇ ਵਿੱਚ ਰਹਿ ਕਰਕੇ ਖੇਤੀ ਦਾ ਕਾਰੋਬਾਰ ਕਰਾਉਂਦੇ ਹਨ। ਅਨੇਕ ਸਿੱਖ ਮਿਲਕਾਰ ਕਮਾਵਹਿ। ਅਨੇਕ ਸਿੱਖ ਗੁਰੂ ਘਰ ਦੇ ਵਿੱਚ ਆ ਕਰਕੇ ਉਹ ਖੇਤੀ ਦੀ ਕਾਰ ਦੇ ਵਿੱਚ ਲੱਗਦੇ ਹਨ।
ਭਾਵ ਕੇ ਖੇਤੀ ਦਾ ਕੰਮ ਉਹ ਕਰਦੇ। ਹੋਵਹਿ ਅੰਨ ਅਟੂਟ ਕਿਦਾਰਾ। ਖੇਤਾਂ ਦੇ ਵਿੱਚ ਜਦੋਂ ਵਧੀਆ ਤੁਸੀਂ ਮਿਹਨਤ ਕਰਨਾ ਕਰੋ, ਵਧੀਆ ਦੇਖਭਾਲ ਕਰਨਾ ਕਰੋ, ਤਾਂ ਪਿਆਰਿਓ ਫਿਰ ਕੀ ਹੁੰਦਾ ਹੈ, ਸਾਰੀ ਜੋ ਖੇਤੀ ਜਿਹੜੀ ਹੈ ਉਹਦੇ ਵਿੱਚੋਂ ਅਟੁੱਟ ਭੰਡਾਰਿਆਂ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਅਟੁੱਟ ਖਜ਼ਾਨਾ, ਅਟੁੱਟ ਭੰਡਾਰੇ ਜਿਹੜੇ ਖੇਤਾਂ ਦੇ ਵਿੱਚੋਂ ਪ੍ਰਾਪਤ ਹੋ ਰਹੇ ਹਨ। ਖਲਵਾਰੇ ਬਹੁ ਲਗਹਿ ਅਪਾਰਾ। ਅਪਾਰ ਬਹੁਤ ਗਿਣਤੀ ਦੇ ਵਿੱਚ ਖਲਵਾਲੇ ਜਿਹੜੇ ਹਨ, ਖੇਤੀ ਦਾ ਕੰਮ ਕਰਨ ਵਾਲੇ ਦਿਹਾੜੀਦਾਰ ਮਜ਼ਦੂਰ ਆ, ਕਿਉਂਕਿ ਕੰਮ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਗੁਰੂ ਕੇ ਸਿੱਖ ਵੀ ਇਹ ਕੰਮ ਕਰਦੇ। ਲੇਕਿਨ ਖਾਸ ਕਰਕੇ ਜਦੋਂ ਵਾਢੀਆਂ ਦੇ ਦਿਨ ਹੁੰਦੇ ਹਨ, ਕਟਾਈ ਦੇ ਜਾਂ ਬੌਣੀ ਦੇ ਦਿਨ ਹੁੰਦੇ ਹਨ, ਉਸ ਵੇਲੇ ਬਹੁਤ ਸਾਰੇ ਖਲਵਾਰਿਆਂ ਨੂੰ ਲਾਇਆ ਜਾਂਦਾ। ਦਰ ਲਾਓ ਕੋਠੇ ਭਰ ਕਰ ਸਾਰੇ। ਕਵੀ ਰਾਜੀ ਕਹਿੰਦੇ ਫਿਰ ਜਦੋਂ ਅੰਨ ਧਾਨ ਆ ਜਾਵੇ ਤੇ ਗੁਰੂ ਘਰ ਦੇ ਵਿੱਚ ਜੋ ਕੋਠੇ ਬਣੇ ਹੋਏ ਹਨ, ਵੱਡੇ ਵੱਡੇ ਗੋਦਾਮ ਆਦਿਕ ਜਿਹੜੀ ਹੈ, ਉਹ ਬਾਰ-ਬਾਰ ਤੱਕ ਦਰਵਾਜ਼ੇ ਤੱਕ ਆ ਜਾਂਦੀ ਹੈ। ਕਹਿਣ ਦਾ ਭਾਵ ਕਿ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ ਅੰਨ ਧਨ ਦੀ ਕੋਈ ਤੋਟਾ ਨਹੀਂ ਹੈ, ਅਟੁੱਟ ਖਜ਼ਾਨਾ ਇਹ ਭਰਪੂਰ ਹੋ ਰਿਹਾ। ਦੇਗ ਚਲਾਵਹਿ ਸਦਾ ਉਦਾਰੇ। ਉਦਾਰੇ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਜਦੋਂ ਇਹਨਾਂ ਅੰਨ ਧਨ ਦਾ ਜਦੋਂ ਕੋਈ ਤੋਟਾ ਨਹੀਂ ਰਿਹਾ ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਰੀ ਜਿਹੜੀ ਹੈ ਇਹ ਰਸ ਦੇਗ ਦੇ ਵਿੱਚ ਲਾ ਦਿੱਤੀ ਹੈ। ਭਾਵ ਕਿ ਖੁੱਲ੍ਹ ਦਿਲੀ ਦੇ ਨਾਲ ਬਹੁਤ ਵੱਡੇ ਪੈਮਾਨਿਆਂ ਦੇ ਵਿੱਚ ਗੁਰੂ ਘਰ ਦੇ ਵਿੱਚ ਲੰਗਰ ਚੱਲ ਰਿਹਾ ਹੈ। ਦਿਨ ਲਗਹਿ ਹੋਵਤ ਪੁਨਸਾਰਾ। ਹੋਵਤ ਪੁਨਸਾਰੇ ਦਾ ਭਾਵ ਕਿ ਦਿਨ ਚੜ੍ਹਦਿਆਂ ਅੰਮ੍ਰਿਤ ਵੇਲੇ ਤੋਂ ਹੀ ਜਿਹੜਾ ਹੈ ਦੇਗ ਬਣ ਕੇ ਤਿਆਰ ਹੋ ਜਾਂਦੀ ਹੈ, ਲੰਗਰ ਦਾ ਨਗਾਰਾ ਖੜਕ ਜਾਂਦਾ, ਵੱਜ ਜਾਂਦਾ ਤੇ ਆਮ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਆ ਕਰਕੇ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਪ੍ਰਾਪਤ ਕਰਦੀਆਂ। ਜਾਮ ਨਿਸਾ ਲਓ ਅਖੁੱਟ ਆਹਾਰਾ। ਜਾਮ ਨਿਸਾ ਦਾ ਭਾਵ ਕਿ ਅੱਧੀ ਰਾਤ ਤੱਕ ਜਿਹੜਾ ਅਖੁੱਟ ਆਹਾਰ, ਭਾਵ ਕਿ ਗੁਰੂ ਘਰ ਦੇ ਵਿੱਚ ਆਹਾਰ ਖੁੱਟਦਾ ਨਹੀਂ ਹੈ, ਨਿਖੁੱਟਦਾ ਨਹੀਂ ਹੈ, ਭੰਡਾਰੇ ਭਰੇ ਹੋਏ ਹਨ। ਭਾਵੇਂ ਕੋਈ ਅੰਮ੍ਰਿਤ ਵੇਲਾ ਵੀ ਆ ਜਾਵੇ ਤਾਂ ਵੀ ਗੁਰੂ ਘਰ ਦੇ ਵਿੱਚੋਂ ਉਹਨੂੰ ਪ੍ਰਸ਼ਾਦਾ ਪ੍ਰਾਪਤ ਹੁੰਦਾ। ਕੋਈ ਦੁਪਹਿਰੇ ਆ ਜਾਵੇ, ਕੋਈ ਸੰਝਾਂ ਦੇ ਵੇਲੇ, ਕੋਈ ਰਾਤ ਨੂੰ ਵੀ ਆ ਜਾਵੇ, ਗੁਰੂ ਘਰ ਦਾ ਲੰਗਰ ਕਦੇ ਬੰਦ ਨਹੀਂ ਹੁੰਦਾ, 24 ਘੰਟੇ ਲੰਗਰ ਚੱਲ ਰਿਹਾ ਹੈ। ਸਾਰੇ ਲੋਕ ਜੋ ਹਨ ਦੂਰ ਦੇਸ਼ਾਂ ਤੋਂ ਮਿਲ ਕਰਕੇ ਆਵਹਿ ਦਰਸ ਕਰਹਿ ਸੁਖ ਕੰਦਾ। ਜਥਾ ਲਿਆ ਕਰਕੇ ਦਰਸ਼ਨ ਦਿਦਾਰੇ ਕਰਦੇ ਹਨ। ਬ੍ਰਹਮਚਾਰੀ ਜੇ ਵਿਰਾਗੀ ਗਿਆਨੀ। ਜਿਹੜੇ ਬ੍ਰਹਮਚਾਰੀ ਹਨ, ਵਿਰਾਗੀ ਹਨ, ਗਿਆਨੀ ਆਦਿਕ। ਤਪੀ ਅਤੀਤ ਦਿਗੰਬਰ ਧਿਆਨੀ। ਕਈ ਤਪੀ ਹਨ, ਅਤੀਤ ਦਿਗੰਬਰ ਧਿਆਨੀ ਆਦਿਕ। ਜੋਗੀ ਪੰਡਤ ਬਹੁ ਸੰਨਿਆਸੀ। ਕਈ ਜੋਗੀ ਲੋਕ ਜਿਹੜੇ ਹਨ, ਇਹ ਨਹੀਂ ਹੈ ਕਿ ਸਿਰਫ ਗੁਰੂ ਕੇ ਸਿੱਖ ਹੀ ਆਉਂਦੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਨਹੀਂ ਪਿਆਰਿਓ, ਇਹ ਮਨ ਵਿੱਚ ਭੁਲੇਖਾ ਨਹੀਂ ਕਰਨਾ ਚਾਹੀਦਾ। ਔਰ ਜਿੰਨੇ ਵੀ ਨਾਮ ਬਾਣੀ ਦੇ ਜੋ ਅਭਿਆਸੀ ਹਨ, ਉਹ ਵੀ ਜਿਹੜੇ ਹਨ, ਕੋਈ ਵਿਰਾਗੀ ਹੈ, ਕੋਈ ਤਪੀ ਹੈ, ਕੋਈ ਦਿਗੰਬਰ ਹੈ। ਇਸ ਤਰ੍ਹਾਂ ਬਹੁਤ ਸਾਰੇ ਸੰਨਿਆਸੀ ਪੰਡਤ ਆਦਿਕ ਵੀ ਗੁਰੂ ਘਰ ਦੇ ਵਿੱਚ ਚੱਲ ਕੇ ਆਉਂਦੇ। ਹਿੰਦੂ ਤੁਰਕ ਆਵਹਿ ਗੁਰ ਪਾਸੀ। ਕੋਈ ਹਿੰਦੂ ਜਿਹੜਾ ਹੈ ਉਹ ਹਿੰਦੂ ਵੀ ਆਉਂਦਾ ਤੇ ਮੁਸਲਮਾਨ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਨੂੰ ਉਹ ਆਪਣਾ ਪੀਰ ਜਾਣ ਕਰਕੇ ਉਹ ਵੀ ਵਹੀਰਾਂ ਘਾਤ ਕਰਕੇ ਉਹਨਾਂ ਦੇ ਵਿੱਚੋਂ ਜੋ ਪੀਰ ਫਕੀਰ ਸਨ, ਰੱਬ ਦਾ ਮਾਰਗ ਪੁੱਛਣ ਦੇ ਵਾਸਤੇ, ਸਤਿਗੁਰੂ ਮਹਾਰਾਜ ਜੀ ਤੋਂ ਸਿੱਖਿਆ ਲੈਣ ਵਾਸਤੇ ਬਹੁਤ ਸਾਰੇ ਮੁਸਲਮਾਨ ਵੀਰ ਵੀ ਆ ਰਹੇ ਹਨ। ਰਾਏ ਰੰਕ ਜੋ ਧਰ ਅਬਿਲਾਖਾ। ਕੋਈ ਰਾਜਾ ਹੈ, ਕੋਈ ਰੰਕ ਜਿਹੜਾ ਗਰੀਬ ਭਿਖਾਰੀ, ਲੇਕਿਨ ਜੋ ਵੀ ਭਾਵਨਾ ਨੂੰ ਧਾਰਨ ਕਰਕੇ ਆਉਂਦਾ। ਦਰਸ਼ਨ ਕਰਹਿ ਸੋ ਪੂਰਹਿ ਕਾਂਖਾ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨਾਂ ਦੀ ਜੋ ਸ਼ੁਭ ਭਾਵਨਾ ਜਿਹੜੀ ਹੈ ਗੁਰੂ ਘਰ ਦੇ ਵਿੱਚੋਂ ਪੂਰੀ ਹੋ ਰਹੀ ਹੈ। ਦੇਹ ਉਪਾਇਨ ਲੇਹ ਸੋ ਨਾਹੀ। ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਆਉਂਦੇ ਨਾ ਤੇ ਕਈਆਂ ਦੇ ਮਨ ਵਿੱਚ ਹੁੰਦਾ, ਤੇ ਕਈ ਕੀ ਕਰਦੇ ਕਿ ਭਾਈ ਕਿ ਕਈ ਜਿਹੜੇ ਸਾਧ ਹੁੰਦੇ ਸਨ ਉਹ ਕਹਿ ਦਿੰਦੇ ਕਿ ਭਾਈ ਸਾਡੇ ਕੋਲ ਆਉਣਾ ਤੇ ਖਾਲੀ ਹੱਥ ਨਹੀਂ ਭਾਈ,
ਕੁਛ ਨਾ ਕੁਛ ਲੈ ਕੇ ਆਓ, ਕੋਈ ਗਿਫਟ ਲੈ ਕੇ ਆਓ, ਕੋਈ ਆ ਲੈ ਕੇ, ਕੋਈ ਉਹ ਲੈ ਕਰਕੇ। ਇਸ ਤਰ੍ਹਾਂ ਹੀ ਕਈ ਜਿਹੜੇ ਹਨ ਕੁਝ ਭੇਟਾਵਾਂ ਆਦਿਕ ਲੈ ਕੇ ਆਉਂਦੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਦਿੰਦੇ, ਨਹੀਂ ਭਾਈ ਆਹ ਭੇਟਾ ਸਾਨੂੰ ਨਹੀਂ ਚਾਹੀਦੀ ਹੈ। ਜੇ ਸਾਨੂੰ ਭੇਟਾ ਦੇਣੀ ਹੈ ਤਾਂ ਗੋਬਿੰਦ ਭਾਉ ਭਗਤ ਦਾ ਭੁੱਖਾ, ਅਸੀਂ ਤਾਂ ਪ੍ਰੇਮਾ ਭਗਤੀ ਦੇ ਭੁੱਖੇ ਆ, ਤੇ ਸਿਰਫ ਪ੍ਰੇਮਾ ਭਗਤੀ ਲੈ ਕਰਕੇ ਆਓ, ਆਈ ਸਾਨੂੰ ਭੇਟਾ ਅਰਪਣ ਹੋ ਸਕਦੀ। ਕੀਰਤ ਪਸਰੀ ਸਭ ਭਉ ਮਾਹੀ, ਸਾਰੇ ਸੰਸਾਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਜ਼ਿਆਦੀ ਕੀਰਤੀ ਫੈਲ ਰਹੀ ਹੈ। ਫਿਰਹਿ ਕੇ ਪਾਂਤ ਮਰਾਲਨ ਭੂਲੀ, ਕਵੀ ਰਾਜ ਜੀ ਦੱਸਦੇ ਹਨ ਮਹਾਰਾਜ ਜੀ ਦਾ ਕੀਤਾ ਹੈ। ਜਿਸ ਤਰ੍ਹਾਂ ਕਿ ਹੰਸਾਂ ਦੀ ਡਾਰ ਜਦੋਂ ਉੜਦੀ ਨਾ ਆਕਾਸ਼ ਦੇ ਵਿੱਚ, ਤਾਂ ਪਿਆਰਿਓ ਹੰਸਾਂ ਦੀਆਂ ਜਦੋਂ ਡਾਰਾਂ ਉੜਦੀਆਂ ਉਹਨਾਂ ਦੀ ਬਹੁਤ ਜ਼ਿਆਦੀ ਕੀਰਤੀ ਹੁੰਦੀ ਹੈ। ਖੁੱਲੇ ਅਸਮਾਨ ਦੇ ਵਿੱਚ ਜਦੋਂ ਹੰਸਾਂ ਦੀਆਂ ਡਾਰਾਂ ਉੜਦੀਆਂ, ਲੋਕੀ ਉਹਨਾਂ ਨੂੰ ਤੱਕਦੇ ਹਨ, ਲੋਕੀ ਉਹਨਾਂ ਦਾ ਜਸ ਕਰਦੇ। ਇੰਜ ਸਤਿਗੁਰੂ ਮਹਾਰਾਜ ਜੀ ਦੀ ਹੰਸਾਂ ਦੀ ਡਾਰਵਤ ਕੀਰਤ ਫੈਲ ਰਹੀ ਹੈ। ਸਭ ਜਗ ਕਿਧੂ ਚੰਬੇਲੀ ਫੂਲੀ, ਜਿਸ ਤਰ੍ਹਾਂ ਕਿ ਰਾਤ ਨੂੰ ਪਿਆਰਿਓ ਚੰਬੇਲੀ ਦਾ ਫੁੱਲ ਜਦੋਂ ਖਿੜ ਜਾਂਦਾ, ਤਾਂ ਫਿਰ ਸਾਰਾ ਇਲਾਕਾ ਜਿਹੜਾ ਹੈ ਫੁੱਲਾਂ ਦੇ ਨਾਲ ਮਹਿਕ ਉੱਠਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੇ ਨਾਮ ਦੀ ਮਹਿਕ, ਭਾਵ ਕਿ ਸਤਿਗੁਰੂ ਮਹਾਰਾਜ ਜੀ ਦੇ ਜਸ ਦੀ ਮਹਿਕ ਸਾਰੇ ਇਲਾਕੇ ਦੇ ਵਿੱਚ ਪਸਰ ਰਹੀ ਹੈ। ਚੰਦ ਚੰਦਰਿਕਾ ਘਰ ਘਰ ਛਾਈ, ਹੁਣ ਤੀਜਾ ਦ੍ਰਿਸ਼ਟਾਂਤ ਕਵੀ ਰਾਜ ਜੀ ਨੇ ਦਿੱਤਾ ਕਿ ਜਿਸ ਤਰ੍ਹਾਂ ਕਿ ਪੁੰਨਿਆਂ ਦੀ ਰਾਤ ਨੂੰ ਜਦੋਂ ਚੰਦਰਮਾ ਚੜ ਜਾਂਦਾ, ਘਰ ਘਰ ਦੇ ਵਿੱਚ ਚਾਂਦਨੀ ਪਹੁੰਚ ਜਾਂਦੀ ਹੈ, ਸਾਰੀ ਧਰਤੀ ਚਾਨਣੀ ਦੇ ਨਾਲ, ਚਾਨਣੇ ਦੇ ਨਾਲ ਭਰ ਜਾਂਦੀ। ਇਸ ਤਰ੍ਹਾਂ ਹੀ ਸਾਰਾ ਇਲਾਕਾ, ਸਾਰੀ ਧਰਤੀ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੇ ਜਸ ਦੇ ਨਾਲ ਭਰ ਗਈ ਹੈ। ਜਹ ਕਹਿ ਪਾਰ ਨਾ ਪਾਇਓ ਜਾਈ, ਇਹ ਨਹੀਂ ਕਿ ਭਾਈ ਇੱਥੇ ਹੀ ਸਤਿਗੁਰੂ ਮਹਾਰਾਜ ਜੀ ਦਾ ਜਸ ਹੋ ਰਿਹਾ, ਪੰਜਾਬ ਦੇ ਖੇਤਰ ਦੇ ਵਿੱਚ ਹੀ ਹੋ ਰਿਹਾ, ਦੂਜੇ ਇਲਾਕੇ ਦੇ ਵਿੱਚ ਨਹੀਂ। ਨਹੀਂ ਪਿਆਰਿਓ, ਜਿੱਥੇ ਕਿਥੇ ਸਤਿਗੁਰੂ ਮਹਾਰਾਜ ਜੀ ਦਾ ਲੋਕ ਪਰਲੋਕ ਦੇ ਵਿੱਚ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਜਸ ਹੋ ਰਿਹਾ, ਲੋਕੀ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ ਕਰ ਰਹੇ ਹਨ। ਸੁਨ ਕੇ ਸੁਜਸ ਹੋਤ ਮਨ ਚਾਉ, ਸਤਿਗੁਰੂ ਮਹਾਰਾਜ ਜੀ ਦਾ ਸੁਜਸ ਸੁਣ ਸੁਣ ਕਰਕੇ ਕਈ ਜੋ ਲੋਕ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਸੁਜਸ ਪਹੁੰਚਦਾ, ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਚਾਅ ਪੈਦਾ ਹੁੰਦਾ। ਆਏ ਬਿਲੋਕੈ ਧਰ ਕੇ ਭਾਉ, ਉਹਨਾਂ ਨੂੰ ਵੀ ਲੱਗਦਾ ਤਿਨਾ ਦੇਖ ਮਨ ਚਾਉ ਉਠਣ ਦਾ, ਕਦ ਪਾਈ ਪ੍ਰਭ ਪਾਸਾ। ਕਿ ਜਿਹੜੇ ਜਿਗਿਆਸੂ ਹਨ, ਜਦੋਂ ਗੁਰੂ ਕੇ ਸਿੱਖਾਂ ਨੂੰ ਤੱਕਦੇ ਹਨ ਜਾਂ ਆਮ ਲੋਕਾਂ ਤੋਂ ਸਤਿਗੁਰੂ ਮਹਾਰਾਜ ਜੀ ਦਾ ਜਸ ਸੁਣਦੇ, ਕੋਈ ਕਹਿੰਦਾ ਸਤਿਗੁਰੂ ਮਹਾਰਾਜ ਜੀ ਦੀ ਬੜੀ ਚੜ੍ਹਦੀ ਕਲਾ ਹੈ ਭਾਈ, ਮਹਾਰਾਜ ਜੀ ਦਾ ਇਹੋ ਜਿਹਾ ਸਰੂਪ ਹੈ, ਤੇ ਉਹਨਾਂ ਨੂੰ ਵੇਖ ਕਰਕੇ, ਉਹਨਾਂ ਦਾ ਅਨੁਭਵ ਸੁਣ ਕਰਕੇ ਆਮ ਜੋ ਸੰਗਤ ਹੈ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਅ ਪੈਦਾ ਹੋ ਰਿਹਾ। ਉਹਨਾਂ ਨੂੰ ਵੀ ਲੱਗਦਾ ਕਿ ਮਨਾ ਆ ਫਲਾਣਾ ਵਿਅਕਤੀ ਵੀ ਗਿਆ, ਮਹਾਰਾਜ ਜੀ ਦੇ ਦਰਸ਼ਨ ਕਰਕੇ ਆਇਆ, ਉਹ ਵੀ ਗਿਆ, ਆਪਾਂ ਕਿਉਂ ਪਿੱਛੇ ਰਹਿਣਾ ਕਰੀਏ, ਚਲੋ ਆਪਾਂ ਵੀ ਚੱਲ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ। ਦੂਰ ਹੁਤੇ ਸਭ ਬੰਦ ਬੰਦ ਟੋਲਾ, ਜਿਹੜੇ ਦੂਰ ਰਹਿੰਦੇ ਸਨ, ਜਿਹੜੇ ਲਾਗੇ ਛਾਗੇ ਪਿੰਡਾਂ ਦੇ ਵਿੱਚ ਰਹਿਣ ਵਾਲੇ, ਇੱਕ ਦਿਨ ਦਾ ਜਾਂ 2 ਦਿਨ ਦਾ ਜਿਹੜਾ ਪੈਂਡਾ ਹੁੰਦਾ, ਜਿਹੜੇ ਲਾਗੇ ਰਹਿੰਦੇ, ਉਹ ਤਾਂ ਫਿਰ ਜਦੋਂ ਮਰਜੀ ਫਿਰ ਜਾਂ ਕੋਈ ਕਲਮ ਕੱਲਾ ਵੀ ਆ ਗਿਆ ਜਾਂ 2-4 ਦਾ ਵੀ ਜਥਾ ਬਣਾ ਕਰਕੇ ਉਹ ਗੁਰੂ ਘਰ ਦੇ ਵਿੱਚ ਆ ਜਾਂਦੇ ਸਨ ਦਰਸ਼ਨ ਦੀਦਾਰੇ ਕਰਨ ਵਾਸਤੇ। ਲੇਕਿਨ ਜਿਹੜੀਆਂ ਸੰਗਤਾਂ ਦੂਰ ਦਰਾਡੇ ਰਹਿੰਦੀਆਂ ਸਨ ਤੇ ਉਹਨਾਂ ਦਾ ਆਉਣਾ ਜਿਹੜਾ ਬੜਾ ਕਠਿਨ ਹੁੰਦਾ ਹੈ। ਇਸ ਕਰਕੇ ਪਿਆਰਿਓ ਪਹਿਲੇ ਜ਼ਮਾਨੇ ਦੇ ਵਿੱਚ ਦੂਰੋਂ ਜਿਹੜੀਆਂ ਸੰਗਤਾਂ ਚੱਲ ਕਰਕੇ ਆਉਂਦੀਆਂ ਤੇ ਉਹ ਕੀ ਕਰਦੀਆਂ ਸੀ, ਆਪਣਾ ਜਥਾ, ਆਪਣਾ ਇੱਕ ਬਹੁਤ ਵੱਡਾ ਸੰਗ ਬਣਾ ਕਰਕੇ, ਇਹਦੇ ਵਿੱਚ ਪਿਆਰਿਓ ਕੋਈ ਦਿੱਕਤ ਵੀ ਨਹੀਂ ਹੁੰਦੀ, ਪ੍ਰਸ਼ਾਦੇ ਪਾਣੀ ਦਾ ਵੀ ਪੂਰਾ ਪ੍ਰਬੰਧ ਹੁੰਦਾ। ਇਸ ਕਰਕੇ ਜਿਹੜੇ ਦੂਰ ਦੂਰ ਰਹਿੰਦੇ ਸਨ
ਉਹ ਵੱਡੇ ਵੱਡੇ ਜਥੇ ਬਣਾ ਬਣਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਪਹੁੰਚ ਰਹੇ ਹਨ। ਹਵੈ ਸਮੀਪ ਸੁਖ ਲਹਿ ਅਮੋਲਾ। ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਲਾਗੇ ਹੋ ਕਰਕੇ ਅਮੋਲਕ ਸੁੱਖਾਂ ਦੀ ਉਹਨਾਂ ਨੂੰ ਪ੍ਰਾਪਤੀ ਹੋ ਰਹੀ ਹੈ। ਸ਼੍ਰੀ ਨਾਨਕ ਸਾਰੇ ਜਦੋਂ ਆਉਂਦੇ ਨਾ ਰਾਸਤੇ ਦੇ ਵਿੱਚ ਵੀ ਜਦੋਂ ਦਰਸ਼ਨ ਕਰਨ ਵਾਸਤੇ ਜਾਈਦਾ ਤੇ ਉਹ ਜਥੇ ਬਣਾ ਕਰਕੇ ਚੱਲਦੇ ਤੇ ਸਾਰੇ ਇੱਕੋ ਰੱਟ ਲਾਉਂਦੇ ਹਨ, ਗੂੰਜਾਂ ਪਾ ਦਿੰਦੇ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸੰਗਤਾਂ ਦਾ ਜਥਾ ਜਿਹੜਾ ਪਿਆਰਿਓ ਜਦੋਂ ਚੱਲਦਾ ਨਾ ਤੇ ਸਾਰੇ ਧੰਨ ਉਪਮਾ ਕੇ ਜੁਤ ਸਰਬ ਉਚਾਰੇ। ਨਾਲ ਮਹਾਰਾਜ ਜੀ ਦੀ ਉਪਮਾ ਦੇ ਸੰਯੁਕਤ ਜੋ ਬਚਨ ਉਹ ਉਚਾਰਨ ਕਰਦੇ ਹਨ। ਚੱਲ ਰਿਹਾ ਸੀ ਤੇ ਇਸ ਸਮੇਂ ਦੇ ਵਿੱਚ ਬਰਖਾ ਦੀ ਰੁੱਤ ਦੇ ਵਿੱਚ ਚੌਪਾਸੀ ਸੰਗਤ ਜਿਹੜੀ ਹੈ, ਭਾਵ ਕਿ ਉੱਤਰ ਦੱਖਣ ਪੂਰਬ ਤੇ ਪੱਛਮ ਤੋਂ ਵੱਖਰੇ ਵੱਖਰੇ ਜਥੇ ਬਣਾ ਬਣਾ ਕਰਕੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਹੋ ਗਿਆ। ਚਹੁ ਦਿਸ਼ ਤੇ ਕਛ ਗਨੀ ਨ ਜਾਏ। ਪਤਾ ਨਹੀਂ ਚੱਲ ਰਿਹਾ, ਗਿਣਤੀ ਨਹੀਂ ਕੀਤੀ ਜਾ ਰਹੀ ਹੈ। ਚੌਂ ਦਿਸ਼ਾਵਾਂ ਤੋਂ ਬਹੁਤ ਸਾਰੀ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਗਈ। ਕਈ ਹਜ਼ਾਰ ਨਗਰ ਕਰਤਾਰਾ। ਕਈ ਹਜ਼ਾਰ ਦੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਮਾਨਵ ਮਿਲੇ ਨ ਪਾਇਤ ਪਾਰਾ। ਮਨੁੱਖ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਏ ਹਨ, ਜਿਨ੍ਹਾਂ ਦਾ ਕੋਈ ਪਾਰਾਵਾਰ ਪ੍ਰਾਪਤ ਨਹੀਂ ਕਰ ਸਕਦਾ। ਤਰਹਿ ਕਾਮਨਾ ਦਰਸ਼ਨ ਕਰਹਿ। ਸਾਰੇ ਵਾਰੀ ਵਾਰੀ ਆਉਂਦੇ ਹਨ ਧਰਮਸਾਲ ਦੇ ਵਿੱਚ ਆ ਕਰਕੇ ਵਾਰੀ ਵਾਰੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ। ਬਿਨ ਸੰਸੇ ਮਨ ਬਾਂਛਤ ਪੁਰਹੀ। ਜੋ ਉਹਨਾਂ ਦੀ ਮਨ ਇਸ਼ਤ ਦਾਤ ਹੈ ਨਾ, ਸਤਿਗੁਰੂ ਮਹਾਰਾਜ ਬਗੈਰ ਕਿਸੇ ਸੰਸਿਆਂ ਤੋਂ ਉਹਨਾਂ ਦੀ ਸ਼ੁਭ ਭਾਵਨਾਵਾਂ ਨੂੰ ਪੂਰੀ ਕਰ ਦਿੰਦੇ ਹਨ। ਕੋਈ ਬਿਬਾਵਰ ਕੀਨ ਬਸੇਰਾ। ਕਈ ਸੰਗਤਾਂ ਦਾ ਜਥਾ ਜਿਹੜਾ ਹੈ ਉਹ ਕੀ ਕਰਦਾ, ਜਿਹੜੇ ਲਾਗੇ ਛਾਗੇ ਰਹਿੰਦੇ ਸਨ ਉਹ ਆ ਗਏ, ਦਰਸ਼ਨ ਕੀਤਾ ਜੀ ਤੇ ਰਾਤ ਨੂੰ ਗੁਰੂ ਘਰ ਦੇ ਵਿੱਚ ਰਹਿ ਗਏ। ਪੁਰ ਕੇ ਚੌਂਦਿਸ਼ ਪਸਰਿਓ ਡੇਰਾ। ਇਸ ਤਰ੍ਹਾਂ ਫਿਰ ਰਾਤ ਜਦੋਂ ਆਸ-ਪਾਸ ਪੂਰਾ ਇਲਾਕਾ ਨਗਰ ਦੇ ਆਸ-ਪਾਸ ਬਹੁਤ ਸੰਗਤਾਂ ਨੇ ਆਪਣੇ ਆਪਣੇ ਡੇਰੇ ਲਾ ਲਏ। ਤਬ ਹੀ ਘਟ ਘੂਮਰ ਕਿਰ ਆਏ। ਤਾਂ ਕਬੀਰ ਜੀ ਨੇ ਕਹਿਣਾ ਕੀਤਾ ਕਿ ਅਚਨ ਚੇਤ ਪਿਆਰਿਓ ਘਟਾਵਾਂ ਜਿਹੜੀਆਂ ਹਨ ਉਹ ਘੁੰਮਣ ਕਰਕੇ ਆ ਗਈਆਂ, ਬੱਦਲ ਚੜ ਕੇ ਆਇਆ ਹੈ। ਬਰਖਤ ਜਲ ਕੀ ਸ਼ਹਿਬਰ ਲਾਏ। ਜਲ ਨੇ ਜਿਹੜਾ ਹੈ ਮੀਂਹ ਨੇ ਸ਼ਹਿਬਰ ਲਾ ਕਰਕੇ ਬਰਖਾ ਕਰਨੀ ਕੀਤੀ ਹੈ, ਜਿਹਨੂੰ ਪਿਆਰਿਓ ਆਪਾਂ ਝੜੀਦਾਰ ਪਾਣੀ ਬੋਲਦੇ ਆ। ਜਦੋਂ ਝੜੀਆਂ ਲੱਗਦੀਆਂ ਹਨ ਤੇ ਪਾਣੀ ਦਾ ਵੀ ਪਿਆਰਿਓ ਜਦੋਂ ਮੀਂਹ ਪੈਂਦਾ ਇਹਦੇ ਵਿੱਚ ਵੀ ਕਈ ਕਿਸਮ ਦਾ ਪਾਣੀ ਹੁੰਦਾ ਹੈ। ਇੱਕ ਤਾਂ ਜਿਹੜਾ ਬੱਦਲ ਪਾੜ ਜਾਣਾ ਜਿਹਨੂੰ ਬੋਲਦੇ ਹਾਂ, ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਤਬਾਹੀ ਹੋ ਜਾਂਦੀ ਹੈ। ਥੋੜਾ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪੈ ਜਾਂਦਾ, ਇਹਦੇ ਨਾਲ ਹੜ੍ਹ ਆਉਣ ਦਾ ਖਤਰਾ ਬੜਾ ਹੁੰਦਾ ਹੈ। ਤੇ ਫਿਰ ਕਈ ਵਾਰੀ ਜਿਹੜਾ ਝੜੀਦਾਰ ਪਾਣੀ ਮੀਂਹ ਪੈ ਜਾਵੇ, ਕਈ ਵਾਰੀ ਆ ਝੜੀਆਂ ਜਿਹੜੀਆਂ ਹਨ ਅੱਜ ਕੱਲ੍ਹ ਤਾਂ ਜ਼ਿਆਦਾ ਨਹੀਂ ਲੱਗਦੀਆਂ, ਜ਼ਮਾਨਿਆਂ ਦੇ ਵਿੱਚ ਜਾਂ ਕਦੇ ਕਦਾਈ ਜਦੋਂ ਬਹੁਤ ਜ਼ਿਆਦਾ ਮੀਂਹ ਦੀ ਵਰਖਾ ਹੋ ਜਾਵੇ, ਪਾਣੀ ਪਿਆਰਿਓ ਹਟਦਾ ਨਹੀਂ ਹੈ ਮੀਂਹ ਦਾ, ਭਾਵ ਕਿ ਲਗਾਤਾਰ 3 ਦਿਨ 4-5 ਦਿਨ ਤੇ ਕਈ ਵਾਰੀ ਤਾਂ ਕਈ ਦੱਸਦੇ ਸਨ ਬਜ਼ੁਰਗ ਪਹਿਲੇ ਜ਼ਮਾਨਿਆਂ ਦੇ ਵਿੱਚ 7-7 8-8 ਦਿਨ ਜਿਹੜਾ ਝੜੀ ਲੱਗੀ ਹੋਈ ਰਹਿੰਦੀ ਸੀ ਮੀਂਹ ਦੀ, ਤੇ ਇਹਨੂੰ ਝੜੀਦਾਰ ਪਾਣੀ ਬੋਲਦੇ ਆ। ਤੇ ਇੱਕ ਪਾਣੀ ਵਰਖਾ ਹੁੰਦੀ ਹੈ, ਜਿਸ ਤਰ੍ਹਾਂ ਹੁਣੇ ਆਪ ਜੀ ਨੇ ਵੇਖਿਆ ਥੋੜਾ ਕੋ ਸਮਾਂ ਪਹਿਲਾਂ ਥੋੜਾ ਕੋ ਮੀਂਹ ਪੈ ਗਿਆ 10-15 ਮਿੰਟ ਤੇ ਫਿਰ ਰੁਕ ਗਿਆ ਤੇ ਫਿਰ ਕਦੇ ਪੈ ਗਿਆ। ਇਹ ਮੀਂਹ ਜਿਹੜਾ ਹੈ ਇਹ ਵੱਖਰਾ ਹੈ। ਝੜੀਦਾਰ ਦਾ ਮਤਲਬ ਲਗਾਤਾਰ 1-2 ਦਿਨ ਜਿਹੜਾ ਮੀਂਹ ਪਈ ਜਾਵੇ ਹਟੇ ਨਾ, ਉਹਨੂੰ ਝੜੀਦਾਰ, ਉਹਨੂੰ ਸ਼ਹਿਬਰ ਲਾ ਕਰਕੇ ਪਾਣੀ ਪੈਣਾ ਇਹ ਕਿਹਾ ਜਾਂਦਾ। ਰੀਤੀ ਨਿਸ ਪੁਨ ਭਾਵ ਪੁਨ ਸਾਰਾ। ਇਸ ਤਰ੍ਹਾਂ ਹੀ ਪਿਆਰਿਓ ਕੀ ਹੋਇਆ, ਮੀਂਹ ਦਾ ਝੜੀ ਲੱਗ ਗਈ ਤਾਂ ਰਾਤ ਜਿਹੜੀ ਹੈ ਬਤੀਤ ਹੋ ਗਈ, ਦਿਨ ਚੜ ਕਰਕੇ ਆਇਆ। ਸਗਰੋ
ਦਿਵਸ ਪਰਤ ਰਹਿਓ ਬਾਰਾ। ਲੇਕਿਨ ਮੀਂਹ ਨਹੀਂ ਹਟਿਆ, ਰਾਤ ਨੂੰ ਵੀ ਪੈਂਦਾ ਰਿਹਾ, ਸਾਰਾ ਦਿਨ ਵੀ ਜਿਹੜਾ ਮੀਂਹ ਪੈਂਦਾ ਹੀ ਰਿਹਾ ਹੈ। ਬੋਹਰ ਨਾ ਹਟੀ ਬਿਤੇ ਦਿਨ ਦੋ। ਇਸ ਤਰ੍ਹਾਂ ਫਿਰ ਝੜੀ ਤਾਂ ਨਹੀਂ ਹਟੀ, ਲਗਾਤਾਰ 2 ਦਿਨ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਝੜੀ ਲਾ ਕਰਕੇ ਮੀਂਹ ਦੀ ਵਰਖਾ ਹੋਈ ਹੈ। ਬਿਨ ਆਹਾਰ ਆਤੁਰ ਸਭ ਕੋ। ਕਿਉਂਕਿ ਜੇ ਝੜੀਦਾਰ ਮੀਂਹ ਪੈ ਜਾਵੇ ਤਾਂ ਪਿਆਰਿਓ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕਰਨਾ ਤੇ ਰਹਿਣ ਦਾ ਵੀ ਪ੍ਰਬੰਧ ਕਰਨਾ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ ਹੈ। ਕਿਉਂਕਿ ਅਜਾ ਸਰਾਵਾਂ ਬਣ ਗਈਆਂ, ਜਿਹੜੀਆਂ ਜਿਨ੍ਹਾਂ ਨੂੰ ਕਮਰੇ ਆਦਿਕ ਮਿਲ ਜਾਏ ਤਾਂ ਪਿਆਰਿਓ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ ਹੈ। ਲੇਕਿਨ ਅਜੋਕੇ ਜ਼ਮਾਨੇ ਦੇ ਵਿੱਚ ਵੀ ਜਦੋਂ ਮੇਲੇ ਲੱਗਦੇ ਹਨ, ਜਿਸ ਤਰ੍ਹਾਂ ਹੋਲਾ ਮਹੱਲਾ ਦੁਸਹਿਰੇ ਦਾ ਜਿਹੜਾ ਮਹੱਲਾ ਆਪਾਂ ਖੇਡਦੇ ਹਾਂ ਤਖਤ ਸਾਹਿਬ ਦੇ ਵਿੱਚ, ਤੇ ਬਹੁਤ ਸਾਰੀ ਸੰਗਤ ਆ ਜਾਂਦੀ ਹੈ ਤੇ ਫਿਰ ਕਈ ਵਾਰੀ ਸੰਗਤਾਂ ਨੂੰ ਕਮਰਾ ਜੇ ਨਾ ਮਿਲੇ ਤਾਂ ਉਹ ਖੁੱਲੇ ਪ੍ਰਬੰਧ ਉਹਨਾਂ ਦਾ ਕੀਤਾ ਜਾਂਦਾ, ਟੈਂਟ ਆਦਿਕ ਲਾ ਕਰਕੇ ਖੁੱਲਾ ਪ੍ਰਬੰਧ ਹੁੰਦਾ। ਜੇ ਮੀਂਹ ਪੈ ਜਾਵੇ ਤਾਂ ਪਿਆਰਿਓ ਜਿਹੜੇ ਖੁੱਲੇ ਰਹਿਣ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ। ਤੇ ਇਸ ਤਰ੍ਹਾਂ ਹੀ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਹਨ, ਕਿਉਂਕਿ ਅਚਨਚੇਤ ਬਹੁਤ ਜ਼ਿਆਦਾ ਸੰਗਤ, ਤੇ ਕਵੀ ਰਾਜ ਜੀ ਨੇ ਕਿਹਾ ਤਕਰੀਬਨ 24,000 ਦੀ ਗਿਣਤੀ ਦੇ ਵਿੱਚ ਸੰਗਤ ਗੁਰੂ ਘਰ ਦੇ ਵਿੱਚ ਪਹੁੰਚ ਗਈ ਸੀ। ਤੇ ਲਗਾਤਾਰ 2 ਦਿਨ ਦਾ ਜਦੋਂ ਮੀਂਹ ਪੈ ਗਿਆ, ਇਹਦੇ ਨਾਲ ਸੰਗਤਾਂ ਨੂੰ ਬੜੀ ਦਿੱਕਤ ਹੋਈ ਤੇ ਹੁਣ ਪ੍ਰਸ਼ਾਦਾ ਪਾਣੀ ਤਿਆਰ ਕਰਨਾ, ਇਹਦਾ ਵੀ ਜਿਹੜਾ ਪ੍ਰਬੰਧ ਕਰਨਾ ਬਹੁਤ ਜ਼ਿਆਦਾ ਕਠਿਨ ਹੋ ਗਿਆ। ਕਿਉਂਕਿ ਲੱਕੜਾਂ ਜਿਹੜੀਆਂ ਹਨ ਅਜੋਕੇ ਜ਼ਮਾਨੇ ਦੇ ਵਿੱਚ ਤਾਂ ਆਪਾਂ ਗੈਸ ਚੁੱਲ੍ਹੇ ਜਾਂ ਮਿੱਟੀ ਦਾ ਤੇਲ ਆਦਿਕ ਵਰਤ ਲੈਂਦੇ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਗੋਹੇ ਦੀਆਂ ਪਾਥੀਆਂ ਹੁੰਦੀਆਂ ਸਨ, ਜਾਂ ਲੱਕੜ ਆਦਿਕ ਬਾਲ ਕਰਕੇ ਚੁੱਲ੍ਹਾ ਚੌਂਕਾ ਜਲਾਇਆ ਜਾਂਦਾ। ਲੇਕਿਨ ਮੀਂਹ ਇੰਨਾ ਜ਼ਿਆਦਾ ਪੈ ਗਿਆ, ਸਾਰੀਆਂ ਲੱਕੜੀਆਂ ਜਿਹੜੀਆਂ ਗਿੱਲੀਆਂ ਹੋ ਗਈਆਂ ਤੇ ਪਾਥੀਆਂ ਜਿਹੜੀਆਂ ਸੁੱਕੀਆਂ ਸੀ ਉਹ ਵੀ ਪਿਆਰਿਓ ਪੂਰਾ ਗੋਹਾ ਜਿਹੜਾ ਉਹ ਵੀ ਗਿੱਲਾ ਹੋ ਗਿਆ। ਭੋਜਨ ਕਰਨ ਨਹੀਂ ਬਿਦ ਹੋਈ। ਤੇ ਆਹਾਰ ਜਿਹੜਾ ਹੈ ਪ੍ਰਾਪਤ ਨਹੀਂ ਹੋ ਰਿਹਾ ਸੰਗਤਾਂ ਨੂੰ, ਕਿਉਂਕਿ ਆਹਾਰ ਬੇਸ਼ੱਕ ਰਸਦ ਤਾਂ ਹੈ ਲੇਕਿਨ ਬਣਾਇਆ ਕਿਸ ਤਰ੍ਹਾਂ ਜਾਵੇ, ਇਸ ਕਰਕੇ ਭੋਜਨ ਕਰਨ ਨਹੀਂ ਬਿਦ ਹੋਈ। ਪ੍ਰਸ਼ਾਦਾ ਪਕਾਉਣ ਦੀ ਵਿਧੀ ਜਿਹੜੀ ਹੈ ਉਹ ਫਿਰ ਤਿਆਰ ਨਹੀਂ ਹੋਈ ਹੈ। ਭੂਖੀ ਬਹੁਤ ਪਈ ਸਭ ਲੋਈ। ਜਿਹੜੀਆਂ ਸੰਗਤਾਂ ਆਈਆਂ ਉਹ ਬਹੁਤ ਸਾਰੀਆਂ ਭੁੱਖੀਆਂ ਹੋ ਗਈਆਂ, ਅਵਸਰ ਕਰਨ ਨਾ ਪਾਏ ਆਹਾਰ। ਉਹਨਾਂ ਨੂੰ ਆਹਾਰ ਕਰਨ ਦਾ, ਪ੍ਰਸ਼ਾਦਾ ਤਿਆਰ ਕਰਨ ਦਾ ਅਵਸਰ ਹੀ ਪ੍ਰਾਪਤ ਨਹੀਂ ਹੋ ਰਿਹਾ। ਹੁਣ ਜਾ ਕਿੱਥੇ ਬੈਠ ਕਰਕੇ ਆਹਾਰ ਤਿਆਰ ਕਰਨਾ ਕਰੀਏ। ਜੇ ਜ਼ਿਆਦਾ ਪਾਣੀ ਆ ਗਿਆ ਤੇ ਘਰਾਂ ਦੇ ਵਿੱਚ ਵੀ ਪਾਣੀ ਆ ਜਾਂਦਾ, ਲੱਕੜਾਂ ਵੀ ਜਿਹੜੀਆਂ ਸੁੱਕੀਆਂ ਸਨ ਉਹ ਵੀ ਗਿੱਲੀਆਂ ਹੋ ਗਈਆਂ। ਇਸ ਕਰਕੇ ਕੋਈ ਪ੍ਰਬੰਧ ਨਹੀਂ ਚੱਲ ਰਿਹਾ ਪ੍ਰਸ਼ਾਦਾ ਤਿਆਰ ਕਰਨ ਦਾ। ਜਿਹ ਜਿਹ ਪਸਰ ਰਹਿਓ ਬਹੁ ਬਾਰਾ। ਜਿੱਥੇ ਕਿੱਥੇ ਤੱਕਦੇ ਹਨ ਪਾਣੀ ਪਾਣੀ ਪਸਰਿਆ ਹੋਇਆ। ਗੁਰੂ ਕੇ ਲੰਗਰਾਂ ਦੇ ਵਿੱਚ ਵੀ ਪਾਣੀ ਆ ਗਿਆ, ਉੱਥੇ ਵੀ ਪਾਣੀ ਪਸਰ ਗਿਆ। ਸ੍ਰੀ ਗੁਰੂ ਤਬ ਧਰਮਸਾਲ ਮਝਾਰੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਰਮਸਾਲ ਦੇ ਵਿੱਚ ਬੈਠੇ ਹੁਤੇ ਭੀੜ ਤਹ ਭਾਰੀ। ਉੱਥੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ, ਸੰਗਤਾਂ ਦਾ ਇਕੱਠ ਲੱਗਿਆ ਹੋਇਆ। ਸਤਿਗੁਰੂ ਮਹਾਰਾਜ ਸੰਗਤਾਂ ਦੇ ਵਿਚਕਾਰ ਬੈਠੇ ਹੋਏ ਹਨ। ਦੋਹਰਾ ਸ਼੍ਰੀ ਚੰਦ ਲਖਮੀ ਚੰਦ ਪ੍ਰੀਤ ਲਹਿਣਾ ਅਰ ਨਰ ਬ੍ਰਿੰਦ। ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਤੇ ਔਰ ਕਈ ਜੋ ਸੇਵਕ ਦਾਸ ਸਨ, ਬਾਬਾ ਲਹਿਣਾ ਜੀ ਆਦਿਕ ਮੌਜੂਦ ਸਨ। ਬੈਠੇ ਸਰਬ ਸਮੀਪ ਹੀ ਮਧ ਬੇਦੀ ਕੁਲਚੰਦ। ਸਾਰੇ ਬੈਠੇ ਹੋਏ ਹਨ। ਇਹਨਾਂ ਦੇ ਵਿਚਕਾਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੰਦਰਮਾ ਦੇ ਵੱਤ ਸ਼ੁਭਾਏਮਾਨ ਹੋ ਰਹੇ ਹਨ। ਚੌਪਈ ਸਭ ਸੰਗਤ ਕੋ ਭੂਖ ਵਿਸਾਲਾ। ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਸੰਗਤਾਂ ਨੂੰ ਬਹੁਤ ਡਾਢੀ ਭੁੱਖ ਲੱਗੀ ਹੋਈ ਹੈ। ਵਿਆਪੀ ਪੀਰਾ ਲਖੀ ਕਿਰਪਾਲਾ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਜਾਣ ਲਿਆ ਕਿ ਭਾਈ ਹੁਣ ਸੰਗਤਾਂ ਨੂੰ ਬਹੁਤ ਜ਼ਿਆਦਾ ਪੀੜਾ ਵਿਆਪ ਰਹੀ ਹੈ। ਕਿਉਂਕਿ ਪ੍ਰਸ਼ਾਦਾ ਪਿਆਰਿਓ ਇੱਕ ਡੰਗ ਦਾ ਨਾ ਛਕੋ ਕੋਈ ਗੱਲ ਨਹੀਂ ਹੈ। ਅਗਲਾ ਜਿਹੜਾ 5-7 ਘੰਟੇ ਤਾਂ ਆਪਾਂ ਕੱਢ ਸਕਦੇ ਹਾਂ, ਲੇਕਿਨ ਜ਼ਿਆਦਾ ਲੰਬਾ ਸਮਾਂ ਪ੍ਰਸ਼ਾਦੇ ਤੋਂ ਬਗੈਰ ਕੱਟਣਾ ਇਹ ਵੀ ਮੁਸ਼ਕਿਲ ਹੋ ਜਾਂਦਾ, ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ। ਮਹਾਰਾਜ ਜੀ ਨੇ ਵੇਖਿਆ ਲਗਾਤਾਰ
2 ਦਿਨ ਤੋਂ ਮੀਂਹ ਪੈ ਰਿਹਾ, ਬਿਲਕੁਲ ਪਾਣੀ ਹਟ ਨਹੀਂ ਰਿਹਾ ਤੇ ਪ੍ਰਸ਼ਾਦਾ ਤਿਆਰ ਵੀ ਨਹੀਂ ਹੋ ਰਿਹਾ ਗੁਰੂ ਘਰ ਦੇ ਵਿੱਚ। ਸੰਗਤਾਂ ਬਹੁਤ ਜ਼ਿਆਦੀਆਂ ਬਹਿਬਲ ਹੋ ਗਈਆਂ। ਸ਼੍ਰੀ ਚੰਦਹਿ ਕੋ ਆਏ ਸੁਕੀਨਾ। ਸਤਿਗੁਰੂ ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇਖੋ ਮੀਂਹ ਪੈਂਦਿਆਂ 3 ਦਿਨ ਹੋ ਗਏ, ਇਹ ਬਰਖਾ ਇਹ ਝੜੀ ਜਿਹੜੀ ਹੈ ਇਹ ਹਟਦੀ ਨਹੀਂ ਹੈ। ਭਈ ਸ਼ੁਦਾ ਤੁਰ ਸੰਗਤ ਭੂਰੀ। ਸਾਰੀ ਸੰਗਤ ਜਿਹੜੀ ਹੈ ਬਹੁਤ ਇਹਨਾਂ ਨੂੰ ਢਾਡੀ ਭੁੱਖ ਲੱਗੀ ਹੋਈ ਹੈ। ਉਠੋ ਤਾਤ ਕੀਜੈ ਕ੍ਰਿਤ ਰੂਰੀ। ਸਤਿਗੁਰੂ ਜੀ ਕਹਿਣ ਲੱਗੇ ਬੇਟਾ ਜੀ ਉਠੋ, ਉੱਠ ਕਰਕੇ ਜੋ ਅਸੀਂ ਆਪ ਜੀ ਨੂੰ ਕਹਿੰਦੇ ਨਾ ਉਹ ਕੰਮ ਤੁਸੀਂ ਕਰਨਾ ਕਰੋ। ਤਰ ਕਿੱਕਰ ਕੇ ਵਹਿਰ ਜੋ ਠਾਂਢੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਸ਼੍ਰੀ ਚੰਦ ਨੂੰ ਸੰਬੋਧਨ ਕੀਤਾ ਕਿ ਉਹ ਜਿਹੜੇ ਕਿੱਕਰ ਦੇ ਦਰਖਤ ਜੋ ਹਨ, ਕੰਡਿਆਲੀ ਦੇ ਦਰਖਤ, ਕਿੱਕਰ ਦਾ ਮਤਲਬ ਕਿ ਕਾਂਟਿਆਂ ਦਾ ਦਰਖਤ ਜਿਹਨੂੰ ਆਪਾਂ ਬੋਲਦੇ ਆ, ਤੇ ਉਹ ਕਿੱਕਰਾਂ ਦੀ ਝੜੀ ਜਿਹੜੀ ਹੈ ਉਥੇ ਤੁਸੀਂ ਚੱਲ ਜਾਓ। ਚੜ ਉਪਰ ਝੂਣਹੁ ਗਹਿ ਗਾਢੇ। ਉਥੇ ਫਿਰ ਕਿੱਕਰ ਦੇ ਦਰਖਤ ਦੇ ਉੱਤੇ ਚੜ ਕਰਕੇ ਚੰਗੀ ਤਰ੍ਹਾਂ ਉਹਨੂੰ ਝੁੰਨਣਾ ਕਰੋ, ਭਾਵ ਕਿ ਉਹਨੂੰ ਹਿਲਾਉਣਾ ਕਰੋ। ਅਨੇਕ ਪ੍ਰਕਾਰ ਆਹਾਰ ਸੋ ਗਿਰਹੀ। ਜਦੋਂ ਤੁਸੀਂ ਕਿੱਕਰ ਦੇ ਦਰਖਤ ਨੂੰ ਚੰਗੀ ਤਰ੍ਹਾਂ ਹਿਲਾਓਗੇ ਤਾਂ ਉਸ ਕਿੱਕਰ ਦੇ ਦਰਖਤ ਦੇ ਵਿੱਚੋਂ ਤਰ੍ਹਾਂ ਦਾ ਆਹਾਰ ਪਦਾਰਥ ਜਿਹੜਾ ਹੈ ਉਹ ਧਰਤੀ ਤੇ ਗਿਰੇਗਾ। ਸੰਗਤ ਖਾਏ ਸ਼ੁਦਾ ਕੋ ਹਰਿ। ਤੇ ਉਹ ਫਿਰ ਲਿਆ ਕਰਕੇ ਸੰਗਤ ਨੂੰ ਲਿਆ ਕਰਕੇ ਛਕਾਉਣਾ ਕਰੋ ਤੇ ਇਹਦੇ ਨਾਲ ਸੰਗਤ ਦੀ ਭੁੱਖ ਜਿਹੜੀ ਹੈ ਇਹ ਤ੍ਰਿਪਤ ਹੋ ਜਾਵੇਗੀ। ਬਹੁਰ ਜਬੈ ਬਰਖਾ ਹਟ ਜੈ ਹੈ। ਬਾਅਦ ਵਿੱਚ ਜਦੋਂ ਇਹ ਸਾਰੀ ਬਰਖਾ ਜਦੋਂ ਹਟ ਜਾਵੇਗੀ, ਖਤਮ ਹੋ ਜਾਵੇਗੀ, ਹੋਏ ਸੁਖੀ ਤਬ ਸਦਨ ਸਿਧੈ ਹੈ। ਤਾਂ ਇਹ ਸੰਗਤਾਂ ਸੁੱਖ ਸੁੱਖਾਂ ਦੇ ਨਾਲ ਆਪਣੇ ਆਪਣੇ ਘਰ ਨੂੰ ਇਹਨਾਂ ਨੇ ਚੱਲ ਜਾਣਾ ਹੈ। ਕਿਉਂਕਿ ਪਿਆਰਿਓ ਗੁਰੂ ਘਰ ਦੇ ਵਿੱਚ ਜਦੋਂ ਸੰਗਤ ਆਉਂਦੀ ਹੈ ਤੇ ਗੁਰੂ ਘਰ ਦੇ ਪ੍ਰਬੰਧਕਾਂ ਦਾ ਬਹੁਤ ਵੱਡਾ ਪਿਆਰਿਓ ਇਹ ਜ਼ਿੰਮਾ ਹੁੰਦਾ। ਕਿਉਂਕਿ ਸੰਗਤਾਂ ਦੇਖੋ ਉਹ ਪਤਾ ਨਹੀਂ ਕੋਈ ਦੂਰੋਂ ਦਰਾਡਿਓਂ ਉਹ ਚੱਲ ਕਰਕੇ ਆਉਂਦੇ, ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਤੇ ਉਹਨਾਂ ਦਾ ਪ੍ਰਬੰਧ ਕਰਨਾ ਪ੍ਰਬੰਧਕਾਂ ਦੀ ਪਿਆਰਿਓ ਸਭ ਤੋਂ ਪਹਿਲੀ ਜ਼ਿੰਮੇਦਾਰੀ ਹੈ। ਆਪਾਂ ਵੀ ਵੇਖਦੇ ਹਾਂ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਤਖਤ ਸਾਹਿਬ ਜੀ ਦਾ, ਹਜੂਰ ਸਾਹਿਬ ਦਾ, ਇੱਥੋਂ ਪਿਆਰਿਓ ਲਾਗੇ ਛਾਗੇ ਸਿੱਖਾਂ ਦੀ ਜ਼ਿਆਦੀ ਵਸੋਂ ਨਹੀਂ ਹੈ। ਜਿਸ ਤਰ੍ਹਾਂ ਕਿ ਪੰਜਾਬ ਆਦਿਕ ਹੋ ਗਿਆ, ਜਿਸ ਤਰ੍ਹਾਂ ਦਰਬਾਰ ਸਾਹਿਬ ਹੋ ਗਿਆ, ਉੱਥੇ ਤਾਂ ਆਮ ਸੰਗਤਾਂ ਕਈ ਜ਼ਿਆਦਾ ਕਰਕੇ ਤਾਂ ਪੰਜਾਬ ਦੀਆਂ ਹੀ ਸੰਗਤਾਂ ਹੁੰਦੀਆਂ। ਉਹਨਾਂ ਦਾ ਕੀ ਹੈ ਕਿ ਭਾਈ ਚਲੋ ਜੀ ਦਿਨੇ ਨਿਕਲ ਗਏ, ਦਰਸ਼ਨ ਕਰਕੇ ਕਈ ਵਾਰੀ ਸ਼ਾਮਾਂ ਤੱਕ ਉਹ ਵਾਪਸ ਆਪਣੇ ਘਰ ਨੂੰ ਪਰਤ ਜਾਂਦੇ ਹਨ। ਕਈ ਤਾਂ ਦੁਪਹਿਰ ਤੱਕ ਵੀ ਵਾਪਸ ਆਪਣੇ ਘਰ ਨੂੰ ਆ ਜਾਂਦੇ ਹਨ ਕਿਉਂਕਿ ਲਾਗੇ ਰਹਿੰਦੇ। ਲੇਕਿਨ ਜਿਹੜੇ ਦੂਰੋਂ ਆਉਂਦੇ ਨਾ ਪਿਆਰਿਓ, ਉਹਨਾਂ ਦਾ ਪੂਰਾ ਪ੍ਰਬੰਧ, ਪੂਰਾ ਧਿਆਨ ਦੇਣਾ ਪੈਂਦਾ ਹੈ। ਜਿਸ ਤਰ੍ਹਾਂ ਕਿ ਆਪਣੀ ਗੱਲ ਕਰ ਲਿਓ ਹਜੂਰ ਸਾਹਿਬ ਦੀ, ਇੱਥੇ ਸੰਗਤਾਂ ਜਿਹੜੀਆਂ ਪੰਜਾਬ ਤੋਂ ਆਉਂਦੀਆਂ, ਵਿਦੇਸ਼ਾਂ ਤੋਂ ਆਉਂਦੀਆਂ, ਦੇਸ਼ ਵੱਖਰਾ ਹੈ, ਬੋਲੀ ਵੱਖਰੀ ਹੈ, ਤੇ ਉਹਨਾਂ ਦਾ ਪਿਆਰਿਓ ਪੂਰਾ ਪ੍ਰਬੰਧ ਜਿਹੜਾ ਪ੍ਰਬੰਧਕਾਂ ਦੇ ਸਿਰ ਦੇ ਉੱਤੇ ਜ਼ਿੰਮਾ ਪੈਂਦਾ। ਆਪਾਂ ਆਪਣੀ ਜ਼ਿੰਮੇਦਾਰੀ ਤੋਂ ਮੁਨਕਰ ਨਹੀਂ ਹੋ ਸਕਦੇ ਆ ਕਿਉਂਕਿ ਸੰਗਤ ਦੇ ਮਨ ਦੇ ਵਿੱਚ ਇੱਕ ਵਿਸ਼ਵਾਸ ਹੁੰਦਾ, ਇੱਕ ਭਰੋਸਾ ਹੁੰਦਾ ਕਿ ਭਾਈ ਗੁਰੂ ਘਰ ਹੈ, ਵਧੀਆ ਉੱਥੇ ਪ੍ਰਬੰਧ ਹੈ ਤੇ ਚਲੋ ਆਪਾਂ ਚੱਲਣਾ ਕਰੀਏ। ਉੱਥੇ ਪੂਰਾ ਸਾਡਾ ਰਹਿਣ ਦਾ ਵੀ ਪ੍ਰਬੰਧ ਹੋ ਜਾਵੇਗਾ, ਸਾਡਾ ਖਾਣ ਪੀਣ ਦਾ ਵੀ ਪ੍ਰਬੰਧ ਹੋ ਜਾਵੇਗਾ। ਤਾਂ ਹੀ ਤਾਂ ਦੇਖੋ ਤੇ ਸੰਗਤ ਦਾ ਪ੍ਰਬੰਧ ਜਿਹੜਾ ਹੈ ਮੁਸਤੈਦੀ ਦੇ ਨਾਲ ਪ੍ਰਬੰਧਕ ਵੀ ਕਰਦੇ, ਕਾਰ ਸੇਵਾ ਵਾਲੇ ਮਹਾਂਪੁਰਖ ਵੀ ਜਿਹੜੇ ਬਹੁਤ ਪਿਆਰਿਓ, ਕਿਉਂਕਿ ਇਹਦੇ ਕਰਕੇ ਇੱਕ ਵਿਸ਼ਵਾਸ ਹੀ ਤਾਂ ਹੁੰਦਾ ਨਾ, ਵਿਸ਼ਵਾਸ ਕਰਕੇ ਹੀ ਤਾਂ ਸੰਗਤਾਂ ਜਿਹੜੀਆਂ ਹਨ ਇੰਨੇ ਦੂਰੋਂ ਉਹ ਚੱਲ ਕਰਕੇ ਆਉਂਦੀਆਂ। ਜੇ ਉਹਨਾਂ ਨੂੰ ਲੱਗ ਜਾਵੇ ਪਤਾ ਕਿ ਨਹੀਂ ਭਾਈ ਉੱਥੇ ਕੋਈ ਪ੍ਰਬੰਧੀ ਨਹੀਂ ਹੈ, ਕੋਈ ਪੁੱਛਣ ਵਾਲਾ ਨਹੀਂ ਹੈ, ਤਾਂ ਸੰਗਤਾਂ ਦਾ ਪਿਆਰਿਓ ਕਦੇ ਵੀ ਇਕੱਠ ਨਹੀਂ ਆਪਾਂ ਕਰ ਸਕਦੇ ਆ। ਇਹ ਬਹੁਤ ਵੱਡੀ ਜ਼ਿੰਮੇਦਾਰੀ ਦੀ ਗੱਲ ਹੈ। ਮਹਾਰਾਜ ਜੀ ਨੇ ਉਹੀ ਸਮਝਾਇਆ ਨਾ ਇੱਥੇ ਬਾਬਾ ਸ਼੍ਰੀ ਚੰਦ ਨੂੰ ਕਹਿਣ ਲੱਗੇ ਕਿ ਬਾਬਾ ਸ਼੍ਰੀ ਚੰਦ ਜੀ ਸੰਗਤਾਂ ਕਿੰਨੇ ਦੂਰੋਂ ਚੱਲ ਕਰਕੇ ਆਈਆਂ, ਸਾਡੇ ਵਿਸ਼ਵਾਸ ਦੇ ਉੱਤੇ ਆਈਆਂ, ਇਸ ਕਰਕੇ ਸਾਡਾ ਫਰਜ਼ ਬਣਦਾ ਉਹਨਾਂ ਦੀ ਸੇਵਾ ਕੀਤੀ ਜਾਵੇ। ਜਦੋਂ ਇਹ ਮਾਹੌਲ ਟਲ ਜਾਵੇਗਾ, ਮੀਂਹ ਹਟ ਜਾਵੇਗਾ, ਵਧੀਆ ਸੰਗਤਾਂ ਨੂੰ ਪ੍ਰਸ਼ਾਦਾ ਮਿਲ ਜਾਵੇਗਾ,
ਉਹਨਾਂ ਨੇ ਵਾਪਸ ਫਿਰ ਛਕ ਛਕਾ ਕਰਕੇ ਸੁੱਖ ਸੁੱਖਾਂ ਦੇ ਨਾਲ ਆਪਣੇ ਘਰ ਨੂੰ ਚੱਲ ਜਾਣਾ। ਸ੍ਰੀ ਚੰਦ ਬਾਣੀ ਸੁਣ ਤਬ ਤੇ ਅਗੋਂ ਬਾਬੇ ਸ਼੍ਰੀ ਚੰਦ ਨੇ ਇਹ ਬਚਨ ਕਿਹਾ। ਪਿਤ ਕੇ ਬਚ ਪ੍ਰਤੀਤ ਜਿਸ ਨਾਮ ਕਵੀ ਰਾਜੀ ਕਹਿੰਦੇ ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪ੍ਰਤੀਤੀ ਨਹੀਂ ਹੈ, ਦ੍ਰਿੜ ਵਿਸ਼ਵਾਸ ਭਰੋਸਾ ਨਹੀਂ ਹੈ, ਇਹ ਅਸ਼ਰਧਕ ਦੀ ਨਿਸ਼ਾਨੀ ਹੈ, ਸ਼ਰਧਾ ਭਾਵਨਾ ਨਹੀਂ ਸੀ। ਇਸ ਕਰਕੇ ਬਾਬੇ ਸ਼੍ਰੀ ਚੰਦ ਨੇ ਇਹ ਬਚਨ ਕਿਹਾ। ਪਿਤਾ ਜੀ ਆਪ ਜੀ ਕਹਿੰਦੇ ਹੋ ਜਾਓ, ਜਾ ਕਰਕੇ ਦਰਖਤ ਦੇ ਉੱਤੇ ਚੜ ਜਾਓ, ਚੜ ਕਰਕੇ ਉਹਨੂੰ ਹਲੂਣਾ ਦਿਓ ਤੇ ਦਰਖਤ ਦੇ ਵਿੱਚੋਂ ਮਠਿਆਈਆਂ ਗਿਰ ਜਾਣਗੀਆਂ, ਉਹਦੇ ਵਿੱਚੋਂ ਆਹਾਰ ਗਿਰੇਗਾ। ਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਕਿ ਜੇ ਦਰਖਤਾਂ ਨੂੰ ਕਿਹਨੇ ਜਾ ਕਰਕੇ ਆਹਾਰ ਬਣਨਾ ਹੈ ਤੇ ਕਿਹਨੇ ਜਾ ਕਰਕੇ ਆਹਾਰ ਬਣਨਾ ਕੀਤਾ ਤੇ ਤਾਂ ਕਰਕੇ ਮੈਂ ਜਾਵਾਂ, ਮੈਂ ਹਿਲਾ ਲਵਾਂ ਤਾਂ ਉਹ ਆਹਾਰ ਜਿਹੜਾ ਧਰਤੀ ਤੇ ਗਿਰ ਜਾਵੇਗਾ। ਕਿਹਨੇ ਜਾ ਕਰਕੇ ਲਾਇਆ ਦਰਖਤਾਂ ਨੂੰ? ਅਬ ਲੋਕਿਓ ਨਹਿ ਕਿਸੂ ਸੁਨਾਇਓ, ਤੇ ਕਿਹਨੇ ਵੇਖਿਆ ਵੀ ਨਹੀਂ ਨਾ ਕਿਹਨੇ ਦੱਸਿਆ ਵੀ ਨਹੀਂ ਹੈ। ਹਾਂ, ਜਿਸ ਤਰ੍ਹਾਂ ਕਿ ਕਈ ਵਾਰੀ ਆਪਾਂ ਕੀ ਕਰਦੇ ਆ, ਕੁਛ ਇਹ ਕਰਨ ਵਾਸਤੇ ਹੋ ਸਕਦਾ ਕਿ ਤੁਸੀਂ ਜਾਓ, ਜਾ ਕਰਕੇ ਦਰਖਤ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪੋਟਲੀਆਂ ਬਣ ਦਿਓ, ਲੱਡੂ ਪੇੜੇ ਜੇ ਬਣ ਕਰਕੇ ਲਮਕਾ ਦਿਓ, ਤਾਂ ਗੱਲ ਵੱਖਰੀ ਹੈ ਕਿ ਭਾਈ ਇਹ ਲੱਗੇ ਹੋਏ ਹਨ, ਉਹਨੂੰ ਚੜਾ ਕੇ ਲੈ ਕੇ ਆਓ। ਲੇਕਿਨ ਦਰਖਤ ਨੂੰ ਤਾਂ ਕਦੇ ਪਿਆਰਿਓ ਲੱਡੂ ਮਠਿਆਈ ਤਾਂ ਨਹੀਂ ਲੱਗਦੀ ਹੈ, ਆਹਾਰ ਥੋੜੀ ਲੱਗਦਾ। ਹਾਂ, ਦਰਖਤਾਂ ਨੂੰ ਲੱਗਦੇ ਹਨ ਫਲ ਲੱਗਦੇ। ਤੇ ਮਹਾਰਾਜ ਜੀ ਨੇ ਕਿਹਾ ਕਿ ਕਿੱਕਰ ਦੇ ਦਰਖਤ ਨੂੰ ਜਾ ਕਰਕੇ ਹਲੂਣਾ ਦੇਣਾ ਹੈ, ਤੇ ਕਿੱਕਰ ਦੇ ਦਰਖਤ ਨੂੰ ਪਿਆਰਿਓ ਕੰਡਿਆਲੀ ਲੱਗਦੀ ਹੈ ਤੇ ਉਹਦੀਆਂ ਫਲੀਆਂ ਲੱਗਦੀਆਂ ਹਨ, ਉਹ ਤਾਂ ਬਹੁਤ ਜ਼ਿਆਦੀਆਂ ਕੌੜੀਆਂ ਹੁੰਦੀਆਂ। ਪੂਰਬ ਕਬਹਿ ਨ ਹੋਈ ਐਸੇ, ਇਹ ਕੰਮ ਤਾਂ ਅੱਜ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਕਦੇ ਨਹੀਂ ਹੋਇਆ, ਕਦੇ ਸੁਣਿਆ ਵੀ ਨਹੀਂ ਹੈ। ਆਪ ਬਚਨ ਭਾਖਤ ਹੋ ਜੈਸੇ, ਆਪ ਜਿਸ ਤਰ੍ਹਾਂ ਹੁਣ ਕਹਿੰਦੇ ਨਾ ਜਾਓ ਦਰਖਤ ਨੂੰ ਹਿਲਾਓ, ਉਹਦੇ ਵਿੱਚੋਂ ਆਹਾਰ ਗਿਰੇਗਾ ਕਰਕੇ। ਸਿੱਧ ਮੁਨੀ ਅਰ ਜੇ ਅਵਤਾਰਾ, ਜਿਹੜੇ ਪਹਿਲੇ ਸਿੱਧ ਹੋਏ ਵੱਡੇ ਵੱਡੇ ਮੁਨੀ ਅਵਤਾਰੀ ਆਦਿਕ, ਕਿਨਹੂ ਅਸਨਹ ਬਚਨ ਉਚਾਰ, ਕਿਨੇ ਵੀ ਇਹੋ ਜਿਹਾ ਬਚਨ ਅੱਜ ਤੋਂ ਪਹਿਲੇ ਕਦੇ ਨਹੀਂ ਉਚਾਰਨ ਕਰਨਾ ਕੀਤਾ। ਇਹ ਨਹੀਂ ਕਿਹਾ ਕਿ ਭਾਈ ਮੈਂ ਕਹਿੰਦਾ ਹਾਂ ਮੇਰੇ ਕਹਿਣ ਕਰਕੇ ਦਰਖਤਾਂ ਤੋਂ ਆਹਾਰ ਗਿਰੇਗਾ ਕਰਕੇ। ਜਿਉ ਵਿਪਰੀਤ ਆਪ ਫਰਮਾਓ, ਜਿਸ ਤਰ੍ਹਾਂ ਆ ਵਿਪਰੀਤ ਪੁੱਠੀ ਗੱਲ ਆਪ ਜੀ ਦੱਸਦੇ ਨਾ, ਇਹ ਪਿਤਾ ਜੀ ਕਿਸ ਤਰ੍ਹਾਂ ਹੋ ਸਕਦਾ ਹੈ? ਜੇ ਮੈਂ ਜਾਵਾਂਗਾ ਨਾ, ਲੋਕਾਂ ਨੇ ਮਜ਼ਾਕ ਕਰਨਾ, ਲੋਕਾਂ ਨੇ ਕਹਿਣਾ ਕਿ ਬਾਬਾ ਸ਼੍ਰੀ ਚੰਦ ਤੂੰ ਤਾਂ ਭਾਈ ਸਿਆਣਾ ਸਮਝਦਾਰ ਹੈ, ਤੈਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਦਰਖਤ ਨੂੰ ਕਦੇ ਆਹਾਰ ਥੋੜੀ ਲੱਗਦਾ ਕਰਕੇ। ਆਉ ਨਾ ਕਰੂੰ ਨਰ ਬੀਚ ਲੱਜਾਂ, ਬਾਬੇ ਸ਼੍ਰੀ ਚੰਦ ਨੇ ਹੱਥ ਜੋੜ ਕਰਕੇ ਕਹਿ ਦਿੱਤਾ, ਸਤਿਗੁਰੂ ਮਹਾਰਾਜ ਮੈਂ ਇਹ ਕੰਮ ਨਹੀਂ ਕਰ ਸਕਦਾ ਹਾਂ। ਕਿਉਂ ਖਾਮਖਾ ਮੇਰੀ ਬੇਇੱਜ਼ਤੀ ਤੁਸੀਂ ਕਰਾਉਣ ਵਾਸਤੇ ਤੁਲੇ ਹੋਏ ਹੋ? ਜੇ ਮੈਂ ਜਾਵਾਂ ਕਿੱਕਰ ਦੇ ਦਰਖਤ ਤੇ ਚੜ ਜਾਵਾਂ, ਸੰਗਤਾਂ ਨੂੰ ਲੈ ਕਰਕੇ ਕਵਾਂ ਕਿ ਸੰਗਤ ਜੀ ਥੱਲੇ ਚਾਦਰਾ ਤਨਣਾ ਕਰੋ, ਮੈਂ ਦਰਖਤ ਨੂੰ ਹਿਲਾਵਾਂਗਾ, ਮਠਿਆਈਆਂ ਗਿਰਨਗੀਆਂ। ਜੇ ਮਠਿਆਈ ਆਦਿਕ ਨਹੀਂ ਗਿਰੇਗੀ ਨਾ ਤੇ ਔਰਤਾਂ ਕੁਛ ਨਹੀਂ, ਤੁਹਾਨੂੰ ਤਾਂ ਕਿਹਨੇ ਕਹਿਣਾ, ਤੁਸੀਂ ਤਾਂ ਇੱਥੇ ਬੈਠੇ ਹੋ, ਲੋਕਾਂ ਨੇ ਮੇਰਾ ਮਜ਼ਾਕ ਉਡਾਉਣਾ, ਮੈਨੂੰ ਕਹਿਣਾ ਕਿ ਲੈ ਮੂਰਖਾ ਤੈਨੂੰ ਤਾਂ ਪਤਾ ਹੀ ਨਹੀਂ ਹੈ ਦਰਖਤ ਤੋਂ ਫਲ ਇਹ ਥੋੜੀ ਗਿਰਦੇ ਹਨ, ਪਦਾਰਥ ਲੱਡੂ ਪੇੜੇ ਥੋੜੀ ਗਿਰਦੇ ਹਨ। ਉਹਨਾਂ ਨੇ ਮਹਾਰਾਜ ਮੇਰਾ ਮਜ਼ਾਕ ਉਡਾਉਣਾ ਹੈ, ਇਸ ਕਰਕੇ ਮਹਾਰਾਜ ਇਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ। ਜਾਣਿਓ ਤਾਤ ਪ੍ਰਤੀਤ ਬਿਹੀਨਾ, ਸਤਿਗੁਰੂ ਮਹਾਰਾਜ ਜੀ ਨੇ ਵੇਖ ਲਿਆ ਕਿ ਤਾਤ ਦਾ ਮਤਲਬ ਕਿ ਉਹਨਾਂ ਦਾ ਜੋ ਵੱਡਾ ਲੜਕਾ ਬਾਬਾ ਸ਼੍ਰੀ ਚੰਦ ਜੀ, ਤੇ ਇਹਨਾਂ ਦੇ ਮਨ ਦੇ ਵਿੱਚ ਪ੍ਰਤੀਤੀ ਨਹੀਂ ਹੈ, ਦ੍ਰਿੜ ਵਿਸ਼ਵਾਸ ਨਹੀਂ ਹੈ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ। ਪ੍ਰਭ ਤਬ ਦੁਤੀਏ ਸੰਗ ਬਚ ਕੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਦੂਜੇ ਸਾਹਿਬਜ਼ਾਦੇ ਬਾਬਾ ਲਖਮੀ ਦਾਸ ਦੇ ਤਾਈਂ ਇਹ ਬਚਨ ਕੀਤਾ। ਲਖਮੀ ਦਾਸ ਸੁਨਹੁ ਸੁਤ ਆਏ, ਸਤਿਗੁਰੂ ਜੀ ਕਹਿਣ ਲੱਗੇ ਬੇਟਾ ਲਖਮੀ ਦਾਸ ਤੂੰ ਮੇਰਾ ਬਚਨ ਤਾਂ ਮੰਨਣਾ ਕਰ। ਕਰੋ ਕਿਰਤ ਹੈ ਬਿਲਮ ਗਵਾਇਸ, ਆ ਮੈਂ ਜੋ ਕੰਮ ਕਿਹਾ ਨਾ ਦੇਰੀ ਨਾ ਕਰਨਾ ਕਰੋ, ਤੁਰੰਤ ਜਾਓ ਤੇ ਕੰਡਿਆਲੀ ਦੇ ਦਰਖਤ ਦੇ ਉੱਤੇ ਜਾ ਕਰਕੇ ਉੱਥੇ ਜਾ ਕਰਕੇ ਆਹਾਰ ਗਿਰਾ ਕੇ ਲੈ ਕੇ ਆਓ। ਵਹਿਰ ਮਹੀ ਦੀ ਕੰਡਿਆਲੀ ਦੀ ਉੱਥੇ ਜਾ ਕਰਕੇ ਉਹਨੂੰ ਹਲੂਣਾ ਦੇਣਾ ਕਰੋ,
ਉਹਦੇ ਦਰਖਤਾਂ ਦੇ ਵਿੱਚੋਂ ਮਠਿਆਈਆਂ ਗਿਰਨਗੀਆਂ, ਉਹਨੂੰ ਚੜਾ ਕੇ ਲੈ ਕੇ ਆਓ। ਸੰਗਤ ਸਗਰੀ ਲੇਹੁ ਬੁਲਾਈ। ਸਾਰੀ ਸੰਗਤ ਨੂੰ ਤੁਰੰਤ ਬੁਲਾ ਕਰਕੇ ਉਹਨਾਂ ਨੂੰ ਵੀ ਲੈ ਕੇ ਜਾਣਾ ਕਰੋ, ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਹਿਲਾਓਗੇ, ਆਹਾਰ ਗਿਰ ਜਾਵੇਗਾ, ਉਹ ਧਰਤੀ ਤੇ ਗਿਰ ਗਿਆ ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ ਰਹਿਣਾ। ਤੇ ਜਾਓ ਸੰਗਤਾਂ ਨੂੰ ਵੀ ਕਹਿ ਦਿਓ ਕਿ ਆਪਣੇ ਅੰਗੋਛੇ ਗਲ ਦੇ ਪੱਲੇ ਜਿਹੜੇ ਹਨ ਜਾਂ ਚਾਦਰਾਂ ਆਦਿਕ ਲੈ ਕਰਕੇ ਥੱਲੇ ਉਹਨੂੰ ਫੜ ਕੇ ਰੱਖਣਾ ਕਰੋ। ਤੁਸੀਂ ਹਲੂਣਾ ਦਿਓ ਤੇ ਦਰਖਤ ਦੇ ਵਿੱਚੋਂ ਪਦਾਰਥ ਗਿਰਨਗੇ। ਬਹੁ ਭੂਖੇ ਤ੍ਰਿਪਤਾਵ ਹੁਆਛੇ। ਜਾ ਕਰਕੇ ਸੰਗਤਾਂ ਨੂੰ ਉੱਥੇ ਲੈ ਕੇ ਜਾਓ, ਜੋ ਸੰਗਤਾਂ ਭੁੱਖੀਆਂ ਹਨ, ਦਰਖਤ ਦੇ ਵਿੱਚੋਂ ਪਦਾਰਥ ਗਿਰਾ ਕਰਕੇ ਉਹਨਾਂ ਨੂੰ ਤ੍ਰਿਪਤ ਕਰਾ ਕੇ ਲੈ ਕੇ ਆਓ। ਕਰਹਿ ਨਹੀਂ ਤਬ ਆਵਹੁ ਪਾਸ਼ੇ। ਜਦੋਂ ਉਹਨਾਂ ਨੇ ਕਹਿਣਾ ਕਰਹਿ ਨਹੀਂ, ਭਾਵ ਕਿ ਉਹਨਾਂ ਨੇ ਜਦੋਂ ਕਹਿਣਾ ਕਿ ਨਹੀਂ ਜੀ ਹੁਣ ਰੱਜ ਗਏ ਹਾਂ, ਹੁਣ ਤਾਂ ਜੀ ਪੇਟ ਭਰ ਗਿਆ, ਤ੍ਰਿਪਤ ਹੋ ਗਏ ਆ, ਤਾਂ ਵਾਪਸ ਮੁੜ ਕੇ ਡੇਰੇ ਦੇ ਵਿੱਚ ਆਉਣਾ। ਤਿਸ ਬਿਦ ਉੱਤਰ ਦੀਨੂ ਤਾਹੀ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਾਬਾ ਲਖਮੀ ਦਾਸ ਨੂੰ ਇਹ ਬਚਨ ਕੀਤਾ, ਜਿਸ ਤਰ੍ਹਾਂ ਪਹਿਲੇ ਵਾਲੇ ਨੇ, ਭਾਵ ਕਿ ਬਾਬੇ ਸ਼੍ਰੀ ਚੰਦ ਨੇ ਜਵਾਬ ਦਿੱਤਾ ਨਾ, ਹੂ ਬਾਹੂ ਉਹੀ ਜਵਾਬ ਬਾਬੇ ਲਖਮੀ ਦਾਸ ਨੇ ਦੇ ਦਿੱਤਾ। ਪਿਤ ਰਜਾਇ ਚਿਤ ਮਾਨਤ ਨਾਹੀ। ਉਹਨਾਂ ਦਾ ਚਿੱਤ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਰਜ਼ਾ ਆਗਿਆ ਦੇ ਵਿੱਚ ਨਹੀਂ ਮੰਨ ਰਿਹਾ ਹੈ। ਵੈ ਸੁਤ ਲਖੇ ਪ੍ਰਤੀਤ ਨ ਆਈ। ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਸਾਡੇ ਦੋ ਇਹ ਸਾਹਿਬਜ਼ਾਦੇ ਹਨ, ਲੜਕੇ ਹਨ, ਲੇਕਿਨ ਇਹਨਾਂ ਦੇ ਮਨ ਦੇ ਵਿੱਚ ਪ੍ਰਤੀਤੀ ਨਹੀਂ ਹੈ, ਸਾਡੇ ਬਚਨਾਂ ਦੇ ਉੱਤੇ ਦ੍ਰਿੜ ਵਿਸ਼ਵਾਸ ਨਹੀਂ ਹੈ। ਉਚਿਤ ਨਾ ਇਹੋ ਵਿਸ਼ਾਲ ਵਡਿਆਈ। ਸਤਿਗੁਰੂ ਮਹਾਰਾਜ ਜੀ ਨੇ ਮਨ ਵਿੱਚ ਵਿਚਾਰ ਕੀਤੀ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਤੀਤੀ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਇਹ ਵੱਡੀ ਵਡਿਆਈ ਦੇ ਉਚਿਤ ਵੀ ਨਹੀਂ ਹਨ। ਉੱਤਮ ਹੁਤੋ ਜੋ ਦਾਸਨ ਮਾਹੀ। ਸਾਰੇ ਦਾਸਾਂ ਦੇ ਵਿੱਚੋਂ ਹੁਣ ਮਹਾਰਾਜ ਜੀ ਦੀ ਨਿਗਾਹ ਜੋ ਸਾਰੇ ਦਾਸਾਂ ਦੇ ਵਿੱਚੋਂ ਉੱਤਮ ਦਾਸ ਸਨ। ਲਹਿਣੇ ਸੰਗ ਗਿਰਾ ਪੁਨ ਪ੍ਰਾਹੀ। ਸਤਿਗੁਰੂ ਮਹਾਰਾਜ ਜੀ ਨੇ ਬਾਬੇ ਲੈਣੇ ਦੇ ਵੱਲ ਵੇਖਣਾ ਕੀਤਾ ਤੇ ਬਾਬਾ ਲੈਣਾ ਜੀ ਨੂੰ ਕਿਹਾ, ਲਹਿਣੇ ਉਠੋ ਸੋ ਲਹਿਣਾ ਤੂੰ ਹੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਬਾਬਾ ਲੈਣਾ ਜੀ ਉੱਠਣਾ ਕਰੋ, ਲੱਗਦਾ ਆ ਵੀ ਕੰਮ ਤੁਸਾਂ ਨਹੀਂ ਲੈਣਾ ਹੈ, ਤੁਸਾਂ ਨਹੀਂ ਇਹ ਕੰਮ ਕਰਨਾ ਹੈ, ਕਿਉਂਕਿ ਆਪ ਜੀ ਜਦੋਂ ਆਏ ਨਾ ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਨਾ, ਕਿਉਂਕਿ ਬਾਬਾ ਲੈਣਾ ਜੀ ਨੂੰ ਜਦੋਂ ਪਤਾ ਚੱਲਿਆ ਤੇ ਉਹਨਾਂ ਨੇ ਕਿਹਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਮੈਂ ਹੀ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਮਹਾਰਾਜ ਇਸ ਤਰ੍ਹਾਂ ਆਪ ਜੀ ਦੀ ਨਿਰਾਦਰੀ ਨਹੀਂ ਹੋ ਸਕਦੀ ਸੀ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਿਆਰਿਓ ਬੜਾ ਪਿਆਰਾ ਬਚਨ ਕੀਤਾ ਕਿ ਆ ਪੁਰਖਾ ਨਾਂ ਕੀ ਹੈ ਤੁਹਾਡਾ? ਤੇ ਬਾਬਾ ਲੈਣਾ ਜੀ ਨੇ ਕਿਹਾ, ਸਤਿਗੁਰੂ ਮਹਾਰਾਜ ਮੇਰਾ ਨਾਮ ਲੈਣਾ ਹੈ, ਲੈਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਜਿਹੜੇ ਲੈਣੇ ਦਾ ਮਤਲਬ ਕਿ ਲੈਣਦਾਰ, ਜਿਹੜੇ ਲੈਣਦਾਰ ਉਹ ਚੜ ਕਰਕੇ ਆਉਂਦੇ ਹਨ, ਦੇਣਦਾਰ ਜਿਹੜੇ ਹਨ ਉਹ ਨੰਗੇ ਪੈਰੀ ਅੱਗੇ ਜਾਂਦੇ। ਬਸ ਇਹੀ ਬਚਨ ਹੈ, ਤੁਸੀਂ ਲੈਣਾ ਬਣ ਕਰਕੇ ਲੈਣਦਾਨ ਬਣ ਕਰਕੇ ਆਏ ਹੋ ਤੇ ਅਸੀਂ ਗੱਦੀ ਦੇਣ ਵਾਲੇ ਤੁਹਾਨੂੰ ਗੱਦੀ ਦੇ ਦੇਣਾ। ਤੇ ਸਤਿਗੁਰੂ ਮਹਾਰਾਜ ਜੀ ਨੇ ਉਹ ਬਚਨ ਯਾਦ ਕੀਤਾ ਤੇ ਕਿਹਾ ਕਿ ਲੱਗਦਾ ਭਾਈ ਲੈਣਾ ਜੀ ਆ ਵੀ ਕੰਮ ਤੁਸਾਂ ਨੇ ਹੀ ਲੈਣਾ ਹੈ, ਆ ਵੀ ਸੇਵਾ ਤੁਸਾਂ ਨੇ ਹੀ ਲੈਣੀ ਹੈ, ਤੁਸਾਂ ਨੇ ਹੀ ਕਰਨੀ ਹੈ। ਤੂਰਨ ਕਰੋ ਜੋ ਆਇਸ ਮੋਹੀ। ਜੋ ਮੈਨੇ ਆਗਿਆ ਕੀਤੀ ਨਾ ਹੁਣ ਕਹਿਣ ਦੀ ਲੋੜ ਨਹੀਂ ਹੈ, ਫਿਰ ਤੁਹਾਨੂੰ ਦੱਸਾਂ ਹੈ ਤੇ ਤੁਸਾਂ ਨੇ ਤਾਂ ਸੁਣ ਲਿਆ ਨਾ, ਤੁਰੰਤ ਉਹ ਕੰਮ ਸਾਡਾ ਪੂਰਾ ਕਰਨਾ ਕਰੋ। ਸੰਗਤ ਸਗਰੀ ਲੇਹੁ ਪਿਛਾਰੀ। ਆ ਸਾਰੀ ਸੰਗਤ ਜਿਹੜੀ ਹੈ ਇਹਨਾਂ ਨੂੰ ਆਪਣੇ ਨਾਲ ਲੈਣਾ ਕਰੋ। ਹਵੈ ਤੁਮ ਜਾਵੋ ਸਭਨ ਅਗਾਰੇ। ਸਾਰਿਆਂ ਦੇ ਅੱਗੇ ਤੁਸੀਂ ਚੱਲ ਜਾਓ। ਵਹਿਰ ਜੇ ਸਾਖੀ ਝੂਣ ਹੁਨੀ ਕੇ। ਚੰਗੀ ਤਰ੍ਹਾਂ ਬਾਰ-ਬਾਰ ਜਾ ਕਰਕੇ ਉਥੇ ਕੰਡਿਆਲੀ ਦੇ ਜੋ ਦਰਖਤ ਹਨ, ਕਿੱਕਰ ਦੇ ਜੋ ਦਰਖਤ ਹਨ, ਉਹਦੇ ਉੱਤੇ ਚੜ ਕਰਕੇ ਚੰਗੀ ਤਰ੍ਹਾਂ ਉਹਨੂੰ ਹਲੂੜਾ ਦੇਣਾ ਕਰੋ, ਉਹਨੂੰ ਹਿਲਾਉਣਾ ਕਰੋ। ਦੇਹੁ ਆਹਾਰ ਭਾਵ ਤੇ ਜੀ ਕੇ। ਜੋ ਸੰਗਤਾਂ ਨੂੰ ਮਨ ਭਾਵਕ ਆਹਾਰ ਜਿਹੜਾ ਹੈ ਉਹਨਾਂ ਦਰਖਤਾਂ ਤੋਂ ਪ੍ਰਾਪਤ ਪਰ ਪਟ ਨ ਸੰਭਾਰਾ। ਸੁਣ ਕਰਕੇ ਸਤਿਗੁਰੂ ਬਾਬਾ ਲੈਣਾ ਜੀ ਨੇ ਪਿਆਰਿਓ ਇਹਨੂੰ ਤਾਂ ਕਹਿੰਦੇ ਨਾ ਕਿ ਭਾਈ ਹੁਕਮ ਮੰਨਣਾ, ਸਤ ਬਚਨ ਕਹਿ ਕਰਕੇ ਉਸੇ ਵੇਲੇ ਤੁਰ ਪਏ। ਇਹ ਨਹੀਂ ਕਿਹਾ ਕਿ ਮਹਾਰਾਜ 2 ਮਿੰਟ ਰੁਕ ਜਾਓ, ਮੈਂ ਵਧੀਆ ਕੱਪੜੇ ਪਾ ਕੇ ਆਵਾਂ, ਐ ਦਸਤਾਰ ਬਣ ਕੇ ਆਵਾਂ, ਜੋੜੇ ਪਾ ਕੇ ਆਵਾਂ, ਡਰੈਸਿੰਗ ਕਰਕੇ ਆਵਾਂ। ਜਿਸ ਤਰ੍ਹਾਂ ਕੋਈ ਕੰਮ ਕਈ ਵਾਰੀ ਆਪਾਂ ਕਹਿ ਦਿੰਦੇ ਆ ਬੱਚਿਆਂ ਨੂੰ ਵੀ ਕਿ ਬੇਟਾ ਇਹ ਕੰਮ ਕਰਨਾ ਹੈ, ਲਾਗੇ ਜਾ ਕਰਕੇ
ਉਹ ਪਹਿਲੇ ਤਾਂ ਅੱਧਾ ਘੰਟਾ ਇਹਦੇ ਵਿੱਚ ਹੀ ਲਾ ਦਿੰਦੇ ਕਿ ਕੋਈ ਗੱਲ ਨਹੀਂ ਆ ਬਾਪੂ ਤੂੰ ਖੜ ਜਾ, ਮੈਂ ਥੋੜਾ ਤਿਆਰ ਹੋਵਾਂ, ਮੂੰਹ ਹੱਥ ਧੋਵਾਂ, ਵਧੀਆ ਕੱਪੜੇ ਪਾਵਾਂ, ਪਰਫਿਊਮ ਓਇਲ ਲਾ ਕਰਕੇ ਫਿਰ ਮੈਨੇ ਜਾਣਾ ਹੈ। ਨਹੀਂ ਪਿਆਰਿਓ, ਇਹ ਸੇਵਕ ਦੀ ਨਿਸ਼ਾਨੀ ਨਹੀਂ ਹੈ। ਸੇਵਕ ਦਾ ਜਿਹੜਾ ਹੈ ਤਤਕਾਲ ਹੋਏ ਆਵੇ। ਜੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾ ਤਤਕਾਲ, ਉਸੇ ਵੇਲੇ ਉਹ ਭੱਜਦੇ ਹਨ। ਤੇ ਪੈਰ ਦੇ ਵਿੱਚ ਮਹਾਰਾਜ ਜੀ ਨੇ ਜੁੱਤੀ ਵੀ ਨਹੀਂ ਪਾਉਣੀ ਕੀਤੀ ਹੈ, ਨਾ ਵਸਤਰਾਂ ਨੂੰ ਸਾਹਮਣਾ ਕੀਤਾ। ਬਸ ਇੱਥੋਂ ਮਹਾਰਾਜ ਜੀ ਨੇ ਕਿਹਾ ਤੇ ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਹੱਲਾ ਕਰ ਦਿੱਤਾ। ਉੱਠ ਕੇ ਤੂਰਨ ਨਿਕਸਿਓ ਦੁਆਰਾ, ਤੁਰੰਤ ਉਥੋਂ ਨਿਕਲ ਕਰਕੇ ਦਵਾਰ ਤੋਂ ਬਾਰ-ਬਾਰ ਨਿਕਲ ਕੇ ਆਏ। ਸਗਰੀ ਸੰਗਤ ਸੰਗ ਬੁਲਾਈ, ਸਾਰੀ ਜੋ ਸੰਗਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਗਰ ਮਗਰ ਜਾ ਰਹੀ ਹੈ। ਬਿਟਪ ਬਿਲੋਕ ਚੜ੍ਹਿਓ ਤਬ ਧਾਈ, ਬਾਬਾ ਲੈਣਾ ਜੀ ਨੇ ਫਿਰ ਵੇਖਿਆ ਇਹ ਉਹੀ ਦਰਖਤ ਹੈ, ਕਿਉਂਕਿ ਸਤਿਗੁਰੂ ਮਹਾਰਾਜ ਧਰਮਸਾਲ ਦੇ ਵਿੱਚੋਂ ਇਸ਼ਾਰਾ ਕਰ ਰਹੇ ਸਨ ਕਿ ਭਾਈ ਉਹ ਜਿਹੜਾ ਦਰਖਤ ਹੈ ਉਹਦੇ ਉੱਤੇ ਚੜ ਕਰਕੇ, ਉਹ ਕਿੱਕਰ ਦੇ ਦਰਖਤ ਦੇ ਉੱਤੇ ਚੜ ਕਰਕੇ ਮਠਿਆਈਆਂ ਨੂੰ ਗਿਰਾਉਣਾ ਹੈ। ਤਾਂ ਉਹ ਵੇਖ ਕਰਕੇ ਬਾਬਾ ਲੈਣਾ ਜੀ ਉਹਦੇ ਉੱਤੇ ਚੜ ਗਏ। ਗਹੇ ਪ੍ਰਕਾਂਡ ਸਜੋਰ ਹਿਲਾਏ, ਉੱਥੇ ਜਾ ਕਰਕੇ ਦਰਖਤ ਦੇ ਉੱਤੇ ਚੜ ਕਰਕੇ ਵੱਡਾ ਜੋ ਟਹਿਣਾ ਜਿਹੜਾ ਹੈ ਉਹਨੂੰ ਫੜ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕਰਕੇ ਉਹਨੂੰ ਬਾਰ-ਬਾਰ ਹਿਲਾਉਣਾ ਕੀਤਾ। ਕੀਰਤ ਪਿਖੇ ਭੋਜਨ ਬਹੁ ਭਾਏ, ਕੀ ਤੱਕਦੇ ਹਨ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤਰ੍ਹਾਂ ਤਰ੍ਹਾਂ ਦਾ ਭੋਜਨ ਜਿਹੜਾ ਪਿਆਰਿਓ ਕੰਡਿਆਲੀ ਦੇ ਦਰਖਤ ਤੋਂ, ਕਿੱਕਰ ਦੇ ਦਰਖਤ ਤੋਂ ਜਿਹੜਾ ਭੋਜਨ ਗਿਰ ਰਿਹਾ ਹੈ। ਮੋਦਕ ਸਸਕੁਲ ਪਰਪਾ ਪੂਰੀ, ਤੇ ਕੀ ਗਿਰਿਆ ਨਾ ਕਵੀ ਰਾਜ ਜੀ ਨੇ ਇਹ ਵੀ ਦੱਸ ਦਿੱਤਾ ਕਿ ਮਨ ਦੇ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ ਕਿ ਭਾਈ ਕੀ ਗਿਰਿਆ ਕਰਕੇ। ਕਵੀ ਰਾਜ ਜੀ ਕਹਿੰਦੇ ਮੋਦਕ ਦਾ ਮਤਲਬ ਕਿ ਲੱਡੂ ਜਿਹੜਾ ਹੁੰਦਾ ਹੈ, ਕਿਉਂਕਿ ਆਪਣੇ ਮਹਾਰਾਸ਼ਟਰਾ ਦੇ ਇਲਾਕੇ ਦੇ ਵਿੱਚ ਇੱਕ ਵੱਖਰਾ ਕੁਝ ਬਣਾਉਂਦੇ, ਉਹਨੂੰ ਵੀ ਪਿਆਰਿਓ ਮੋਦਕ ਬੋਲਦੇ, ਉਹ ਵੀ ਲੱਡੂ ਵਰਗਾ ਹੀ ਹੁੰਦਾ। ਤੇ ਲੱਡੂ ਹੋ ਗਿਆ ਤੇ ਨਾਲ ਸਸਕੁਲ ਦਾ ਮਤਲਬ ਕਿ ਜਲੇਬੀਆਂ ਜਿਹੜੀਆਂ ਹਨ, ਜਲੇਬੀਆਂ ਵੀ ਗਿਰ ਰਹੀਆਂ ਹਨ। ਤੇ ਪਰਪਾ ਦਾ ਮਤਲਬ ਮਾਲ ਪੂੜਾ, ਕਿਉਂਕਿ ਸੌਣ ਚੜ ਗਿਆ ਜ਼ਿਆਦਾ ਕਰਕੇ ਪੰਜਾਬ ਦੇ ਵਿੱਚ ਸੌਣ ਦੇ ਵਿੱਚ, ਤੇ ਮਾਲ ਪੂੜਾ ਤੇ ਖੀਰ ਕਾਫੀ ਬਣਾਇਆ ਜਾਂਦਾ। ਮਾਲ ਪੂੜੇ ਹੋ ਗਏ, ਪੂਰੀਆਂ ਆਦਿਕ ਗਿਰ ਰਹੀਆਂ। ਵੇਖਤ ਸਰਬ ਪਾ ਅਚਰਜ ਪੂਰੀ, ਸਾਰੇ ਵੇਖ ਕਰਕੇ ਬੜੇ ਦੰਗ ਹੋ ਰਹੇ ਕਿ ਯਾਰ ਇਹ ਕੀ ਹੋ ਰਿਹਾ, ਇਹ ਕੀ ਕਰਾਮਾਤ ਵਰਤਦੀ ਹੈ ਕਰਕੇ। ਕਦੇ ਇਸ ਤਰ੍ਹਾਂ ਵੇਖਿਆ ਨਹੀਂ, ਕਦੇ ਸੁਣਿਆ ਨਹੀਂ ਕਿ ਕਿੱਕਰ ਦੇ ਦਰਖਤ ਦੇ ਵਿੱਚੋਂ ਆ ਪਦਾਰਥ ਲੱਡੂ ਪੇੜੇ ਆ ਜਲੇਬੀਆਂ ਆਦਿਕ ਗਿਰਨਗੀਆਂ ਕਰਕੇ। ਅਧਿਕ ਸ਼ੁਦਾ ਮਹਿ ਹੋਤੇ ਬਿਹਾਲਾ, ਫਿਰ ਸੰਗਤਾਂ ਜਿਹੜੀਆਂ ਪਿਆਰਿਓ ਉਹਨਾਂ ਨੇ ਕਿਹਾ ਆਪਾਂ ਨੂੰ ਕੀ ਲੈਣਾ ਭਾਈ, ਕਿਉਂਕਿ ਭੁੱਖ ਜਿਆਦੀ ਲੱਗੀ ਹੋਈ ਹੈ। ਜਦੋਂ ਪਿਆਰਿਓ ਬੰਦੇ ਨੂੰ ਜਿਆਦੀ ਡਾਢੀ ਜੇ ਭੁੱਖ ਲੱਗ ਜਾਵੇ ਨਾ, ਫਿਰ ਉਹ ਜ਼ਿਆਦਾ ਪੁੱਛ ਪੜਤਾਲ ਨਹੀਂ ਕਰਦਾ ਕਿ ਆ ਕਿੱਥੋਂ। ਜੇ ਬੰਦੇ ਨੂੰ ਭੁੱਖ ਨਾ ਲੱਗੇ ਤੇ ਉਹ ਆਪਾਂ ਪੁੱਛ ਲੈਂਦੇ ਆ ਜੀ ਕਿੱਥੋਂ ਆਇਆ, ਕਿਹਨੇ ਲਿਆਇਆ, ਕਿਸ ਤਰ੍ਹਾਂ ਕਿਹਨੇ ਬਣਾਇਆ, ਕੀ ਪਾਇਆ ਇਹਦੇ ਵਿੱਚ, ਆਪਾਂ ਪੁੱਛਦੇ ਆ। ਲੇਕਿਨ ਜਦੋਂ ਡਾਢੀ ਭੁੱਖ ਲੱਗੀ ਹੋਈ ਹੋਵੇ ਆਪਾਂ ਕੁਛ ਨਹੀਂ ਪੁੱਛਦੇ, ਫਿਰ ਕਹਿੰਦੇ ਜੀ ਲਿਆ ਭਈ ਜੋ ਹੈ ਸੜਦਾ ਬਣਦਾ ਰੱਖ ਦੇ ਤੇ ਅਸੀਂ ਇਹਨੂੰ ਛਕ ਲੈਣਾ। ਸੰਗਤਾਂ ਨੇ ਵੀ ਪਿਆਰਿਓ ਫਿਰ ਚਾਦਰਾਂ ਫੜ ਕਰਕੇ ਜੋ ਵੀ ਉਹਦੇ ਵਿੱਚ ਪੈ ਜਾਵੇ, ਜੋ ਉਹਨਾਂ ਦੇ ਹੱਥ ਵਿੱਚ ਲੱਗ ਜਾਂਦਾ, ਉਹਨਾਂ ਨੇ ਫਿਰ ਵੇਖਣ ਦੀ ਥਾਂ ਉਹਨਾਂ ਨੇ ਛਕਣਾ ਸ਼ੁਰੂ ਕਰ ਦਿੱਤਾ। ਅਚਵਨ ਲਾਗੇ ਸਵਾਦ ਵਿਸ਼ਾਲਾ, ਤੇ ਛਕਦੇ ਹਨ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਸਵਾਦ ਦੀ ਪ੍ਰਾਪਤੀ ਹੋ ਰਹੀ ਹੈ। ਜਿਉਂ ਜਿਉਂ ਝੂਣ ਹੈ ਬਿਟਪਨ ਸੋ, ਜਿਸ ਤਰ੍ਹਾਂ ਬਾਬਾ ਲੈਣਾ ਜੀ ਸਾਰੇ ਜਿਆਦੇ ਪਦਾਰਥ ਜਿਹੜੇ ਹਨ ਧਰਤੀ ਤੇ ਗਿਰਦੇ ਤੇ ਸੰਗਤਾਂ ਉਹਨੂੰ ਲੈ ਕਰਕੇ ਰਸਨੀ ਲਾਇਕ ਕਰਦੀ ਹੈ। ਨਾਨਾ ਭਾਂਤ ਪਰਹਿ ਤਰ ਆਈ, ਨਾਨਾ ਤਰ੍ਹਾਂ ਦੇ ਪਦਾਰਥ ਜਿਹੜੇ ਹਨ ਧਰਤੀ ਤੇ ਆ ਕਰਕੇ ਪੈ ਗਏ। ਲਗੇ ਨਾ ਦੀਸ ਹੈ ਪਰਤ ਦਿਸਾਏ, ਬਸ ਕਵੀ ਰਾਜੀ ਨੇ ਬੜਾ ਇਹ ਪਿਆਰਿਓ ਬਚਨ ਕਰਨਾ ਕੀਤਾ। ਕਹਿੰਦੇ ਕਿ ਸੰਗਤਾਂ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਕੋਈ ਦਰਖਤ ਨੂੰ, ਕਿਉਂਕਿ ਪਿਆਰਿਓ ਕਦੇ ਆਪ ਜੀ ਵੇਖੋ ਕਿ ਦਰਖਤ ਨੂੰ ਜਦੋਂ ਫਲ ਲੱਗਦਾ ਕੋਈ ਤੇ ਆਪਾਂ ਨੂੰ ਨਜ਼ਰ ਵੀ ਆਉਂਦਾ, ਆਪਾਂ ਥੱਲਿਓਂ ਵੇਖਦੇ ਹਾਂ ਕਿ ਹਾਂ ਜੀ ਆ ਟਹਿਣੀ ਆ ਡੰਗੋਰੀ ਦੇ ਉੱਤੇ ਫਲ ਲੱਗਿਆ ਹੋਇਆ ਹੈ। ਫਿਰ ਉਹਨੂੰ ਹਿਲਾਓ ਤਾਂ ਫਿਰ ਉਹ ਫਲ ਗਿਰਦਾ ਤੇ ਆਪਾਂ ਨੂੰ ਲੱਗਦਾ ਜੀ ਉਹ ਫਲ ਲੱਗਿਆ ਹੋਇਆ
ਮੈਨੇ ਉਹਨੂੰ ਹਿਲਾਇਆ ਜਾਂ ਉਹਨੂੰ ਡੰਡੇ ਦੇ ਨਾਲ ਮਾਰ ਕਰਕੇ ਤੋੜਨਾ ਕੀਤਾ, ਉਹ ਹੁਣ ਟੁੱਟ ਗਿਆ, ਗਿਰ ਗਿਆ। ਤੇ ਸੰਗਤਾਂ ਕੀ ਤੱਕਦੀਆਂ ਪਿਆਰਿਓ? ਦਰਖਤ ਨੂੰ ਵੇਖਦੀਆਂ ਕਿ ਇਹ ਪਦਾਰਥ ਕਿੱਥੋਂ ਆ ਰਹੇ, ਲੇਕਿਨ ਦਰਖਤ ਦੇ ਉੱਤੇ ਪਿਆਰਿਓ ਕੋਈ ਲੱਡੂ ਪੇੜਾ ਜਿਹੜਾ ਜਲੇਬੀ ਆਦਿਕ ਮਾਲਪੂੜਾ ਕੋਈ ਬੰਨਿਆ ਹੋਇਆ ਨਹੀਂ ਹੈ। ਦਰਖਤ ਨੂੰ ਤਾਂ ਕੁਛ ਨਜ਼ਰ ਨਹੀਂ ਆ ਰਿਹਾ। ਜਦੋਂ ਦਰਖਤ ਨੂੰ ਤੱਕਦੇ ਤੇ ਫਿਰ ਉਹਦੀਆਂ ਤੁਮੀਆਂ ਜਿਹੜੀਆਂ ਖਖੜੀਆਂ ਜਿਹੜੀਆਂ ਹਨ, ਉਹਦੀਆਂ ਫਲੀਆਂ ਜਿਹੜੀਆਂ ਹੁੰਦੀਆਂ ਕੰਡਿਆਲੀਆਂ, ਤੇ ਉਹ ਨਜ਼ਰ ਆ ਰਹੀਆਂ। ਲੇਕਿਨ ਜਦੋਂ ਧਰਤੀ ਵੱਲ ਥੱਲੇ ਨਿਗਾਹ ਮਾਰ ਕੇ ਵੇਖਦੇ ਤੇ ਉਹ ਫਿਰ ਪਦਾਰਥ ਨਜ਼ਰ ਆ ਰਿਹਾ। ਕਹਿਣ ਦਾ ਭਾਵ ਕਿ ਦਰਖਤ ਨੂੰ ਕੋਈ ਪਦਾਰਥ ਨਹੀਂ ਦਿਖ ਰਿਹਾ, ਕੋਈ ਨਜ਼ਰ ਨਹੀਂ ਆ ਰਿਹਾ। ਲੇਕਿਨ ਜਦੋਂ ਗਿਰਨ ਵੇਲੇ ਤਾਂ ਦਿਖਦਾ ਹੈ, ਲੇਕਿਨ ਜਦੋਂ ਲੱਗਦੇ ਉਹ ਨਜ਼ਰ ਨਹੀਂ ਆ ਰਹੇ ਹਨ। ਅਚਰਜ ਭੇ ਗਤ ਜਾਏ ਨ ਜਾਣੀ। ਸਾਰੀ ਸੰਗਤ ਬਹੁਤ ਅਚਰਜਤਾ ਨੂੰ ਉਹਨਾਂ ਨੇ ਮੰਨ ਲਿਆ ਤੇ ਮਹਾਰਾਜ ਜੀ ਦੀ ਗਤੀ ਜਿਹੜੀ ਹੈ ਜਾਣੀ ਨਹੀਂ ਜਾਂਦੀ ਹੈ। ਧੰਨ ਧੰਨ ਕਹਿ ਗੁਰ ਗੁਣ ਖਾਨੀ। ਹੁਣ ਸ਼ੱਕਦੇ ਹਨ, ਸ਼ੱਕ ਕਰਕੇ ਬਾਰ-ਬਾਰ ਕਹਿੰਦੇ ਹਨ ਧੰਨ ਗੁਰ ਨਾਨਕ ਦੇਵ ਜੀ ਮਹਾਰਾਜ। ਆਪਾਂ ਵੀ ਪਿਆਰਿਓ ਉਚਾਰਨ ਕਰਨਾ ਕਰੀਏ, ਧੰਨ ਗੁਰ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰ ਨਾਨਕ ਦੇਵ ਜੀ ਮਹਾਰਾਜ। ਇੱਕ ਤੋਂ ਭੂਖੇ ਬਾਸਰਤੀ ਨ। ਕਵੀ ਰਾਜ ਜੀ ਦੱਸਦੇ ਕਿ ਇੱਕ ਤਾਂ ਦੇਖੋ 3 ਦਿਨ ਦੀਆਂ ਇਹ ਸੰਗਤਾਂ ਭੁੱਖੀਆਂ ਸਨ, ਮਿਲਿਓ ਨ ਅਵਸਰ ਅਸਨ ਨ ਕੀਨੰ। ਇਹਨਾਂ ਨੂੰ ਕੋਈ ਅਵਸਰ ਪ੍ਰਾਪਤ ਨਹੀਂ ਹੋਇਆ। ਲਗਾਤਾਰ ਮੀਂਹ ਪੈਂਦਾ ਰਿਹਾ, ਪ੍ਰਸ਼ਾਦਾ ਛਕਣ ਦਾ ਵੀ ਪਕਾਉਣ ਦਾ ਵੀ ਇਹਨਾਂ ਨੂੰ ਸਮਾਂ ਪ੍ਰਾਪਤ ਨਹੀਂ ਹੋਇਆ। ਦੁਤੀਏ ਸਾਧ ਮੈਂ ਮਿਲਿਓ ਆਹਾਰਾ। ਹੁਣ ਦੂਜੀ ਗੱਲ, 3 ਦਿਨ ਤੋਂ ਬਾਅਦ ਬੰਦੇ ਨੂੰ ਕਹਿੰਦੇ ਨਾ ਕਿ ਆਹਾਰ ਜਦੋਂ ਭੁੱਖ ਲੱਗਦੀ ਨਾ। ਸਿਆਣਿਆਂ ਦਾ ਪਿਆਰਿਓ ਬੜਾ ਇਹ ਪਿਆਰਾ ਕਥਨ ਹੈ, ਕਹਿੰਦੇ ਨਾ ਨੀਂਦ ਨਾ ਮੰਗੈ ਵਿਛੌਨਾ ਤੇ ਭੁੱਖ ਨਾ ਮੰਗੈ ਸਵਾਦ। ਜਦੋਂ ਬੰਦਾ ਭੁੱਖਾ ਹੋ ਜਾਵੇ, ਬਹੁਤ ਜਦੋਂ ਡਾਢੀ ਭੁੱਖ ਲੱਗਦੀ ਹੈ, ਕਈ ਦਿਨਾਂ ਦਾ ਬੰਦਾ ਭੁੱਖਾ ਹੋਵੇ, ਉਹਨੂੰ ਭਾਵੇਂ ਪਿਆਰਿਓ ਜੋ ਮਰਜੀ ਰੁੱਖਾ ਮਿੱਸਾ ਦੇ ਦਿਓ, ਬਾਸਾ ਦੇ ਦਿਓ, ਉਹ ਫਿਰ ਸਵਾਦ ਨਹੀਂ ਤੱਕਦਾ। ਉਹਨੂੰ ਬਾਸਾ ਪ੍ਰਸ਼ਾਦਾ ਵੀ ਬੜਾ ਸੁਸਵਾਦੂ ਪ੍ਰਸ਼ਾਦਾ ਪ੍ਰਾਪਤ ਲੱਗਦਾ ਹੈ ਉਹਨੂੰ। ਤੇ ਜਦੋਂ ਬੰਦੇ ਨੂੰ ਨੀਂਦ ਆ ਜਾਵੇ ਤੇ ਉਹ ਫਿਰ ਇਹ ਨਹੀਂ ਵੇਖਦਾ ਕਿ ਵਿਛਾਉਣਾ ਕਿੱਥੇ ਹੈ ਭਾਈ, ਭਾਵੇਂ ਉਹਨੂੰ ਭੁੰਜੇ ਪਵਾ ਦਿਓ ਤਾਂ ਵੀ ਉਹ ਆਰਾਮ ਦੇ ਨਾਲ ਸੌਂ ਜਾਂਦਾ ਹੈ। ਇਸ ਤਰ੍ਹਾਂ 3 ਦਿਨ ਦੇ ਇਹ ਭੁੱਖੇ, 3 ਦਿਨਾਂ ਤੋਂ ਬਾਅਦ ਬਹੁਤ ਵਧੀਆ ਪ੍ਰਸ਼ਾਦਾ ਇਹਨਾਂ ਨੂੰ ਪ੍ਰਾਪਤ ਹੋਇਆ। ਸੰਗਤਾਂ ਬਹੁਤ ਜ਼ਿਆਦੀਆਂ ਪ੍ਰਸੰਨ ਹੋ ਗਈਆਂ। ਹਾਏ ਅਧਿਕ ਸੁਖ ਹਿਰਦੇ ਉਦਾਰਾ। ਪ੍ਰਸ਼ਾਦਾ ਛਕਣਾ ਕੀਤਾ, ਬਹੁਤ ਜ਼ਿਆਦਾ ਸੁਖ ਦੀ ਪ੍ਰਾਪਤੀ ਹੋ ਰਹੀ ਹੈ। ਚਿਰੰਕਾਲ ਲਓ ਅਚਬ ਅਘਾਏ। ਬਹੁਤ ਲੰਬਾ ਸਮਾਂ, ਕਿਉਂਕਿ ਭੁੱਖ ਵੀ ਬਹੁਤ ਲੰਬੀ ਡਾਢੀ ਲੱਗੀ ਹੋਈ ਸੀ, ਇਸ ਕਰਕੇ ਤਰ੍ਹਾਂ ਦਾ ਪ੍ਰਸ਼ਾਦਾ ਛਕ ਕਰਕੇ ਜਦੋਂ ਲੰਬਾ ਸਮਾਂ ਹੋ ਗਿਆ, ਕਈ ਘੰਟੇ ਜਦੋਂ ਬਤੀਤ ਹੋਏ, ਜਦੋਂ ਇਹਨਾਂ ਦੀ ਤ੍ਰਿਪਤੀ ਹੋਈ ਹੈ, ਹੋਏ ਤ੍ਰਿਪਤ ਇਹ ਮੁਖ ਹੈ ਅਲਾਏ। ਫਿਰ ਬਾਬਾ ਲੈਣਾ ਜੀ ਨੂੰ ਕਹਿੰਦੇ, ਬਾਬਾ ਲੈਣਾ ਜੀ ਹੁਣ ਬਸ ਕਰ ਦਿਓ, ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਬਾਬਾ ਜੀ ਚੰਗੀ ਤਰ੍ਹਾਂ ਹਲੂਣਾ ਦਿਓ ਔਰ ਹਿਲਾਓ, ਸਾਨੂੰ ਭੁੱਖ ਬਹੁਤ ਲੱਗੀ ਹੋਈ ਹੈ। ਹੁਣ ਜਦੋਂ ਪਿਆਰਿਓ ਤ੍ਰਿਪਤ ਹੋ ਗਿਆ, ਕਹਿੰਦੇ ਬਾਬਾ ਜੀ ਹੁਣ ਬਸ ਕਰ ਜਾਓ, ਫਤਿਹ ਗਜਾ ਦਿਓ ਤੇ ਸਾਡੀ ਭੁੱਖ ਤ੍ਰਿਪਤ ਹੋ ਗਈ ਹੈ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਾਧਾ ਹੈ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿ ਅਜੋਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭਾਂਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀਹੋ ਅਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤਾ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ,
ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ